ਸੀਸਾ। ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦਾਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਧ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰਤਾਰ। ਏਕ ਓੰਕਾਰ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਏਕ ਓੰਕਾਰ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਨਮ ਜਿਨ ਲਿਖੇ ਭਾਉ ਤਰ, ਸਫਲ ਹਾਥ ਆਪਣੇ ਕਰ ਤਾਹੇ। ਤਠੈ ਪ੍ਰੇਮ ਤੇ ਹਰਖੈ ਉਰਮਹਿ, ਪੁਲਕ ਹੈ ਝਲਕ ਹੈ ਜਲ ਦ੍ਰਿਗ ਮਾਹੀ। ਜਨਮ ਜਿਨ ਲਿਖਿਓ ਭਾਉ ਤਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ ਪੀਰਾਨ ਪੀਰ, ਮੀਰਾਨ ਮੀਰ, ਵਾਲੀ ਏਕੋ ਲਾਲਮ, ਸਰਵਰੇ ਕਾਇਨਾਤ। ਦਸਾਂ ਹੀ ਪਾਤਸ਼ਾਹੀਓਂ ਕੀ ਆਤਮਕ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਗੁਰ ਅਰਜਨ ਪ੍ਰਤੱਖ ਹਰ, ਐਸੇ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਸ਼੍ਰੀ ਰਾਮਸਰ ਸਾਹਿਬ ਵਾਲੇ ਅਸਥਾਨ 'ਤੇ ਸਤਿਗੁਰੂ ਭਾਈ ਗੁਰਦਾਸ ਸਾਹਿਬ ਜੀ ਪਾਸੋਂ ਸ਼੍ਰੀ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾ ਰਹੇ ਹਨ। ਭੱਟ ਜਨਾਂ ਨੇ ਗੁਰੂ ਚਰਨਾਂ ਵਿੱਚ ਆ ਕੇ ਬੇਨਤੀਆਂ ਕੀਤੀਆਂ, ਗੁਰੂ ਸਾਹਿਬ ਜੀ ਦਾ ਮਹਾਨ ਜਸ ਗਾਇਨ ਕੀਤਾ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਗੁਰੂ ਅਮਰਦਾਸ ਮਹਾਰਾਜ ਜੀ ਦਾ ਜਸ, ਸੋਢੀ ਸੁਲਤਾਨ ਪਿਤਾ ਗੁਰੂ ਰਾਮਦਾਸ ਜੀ ਦਾ ਜਸ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਆਪਣੀ ਬਾਣੀ ਦੇ ਅੰਦਰ ਦਰਸਾਈ ਹੈ। ਉਹ ਭੱਟਾਂ ਦੇ ਸਵਈਏ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਅੰਦਰ ਦਰਜ ਕੀਤੇ ਹਨ। ਉਪਰੰਤ ਗੁਰੂ ਸਾਹਿਬ ਜੀ ਨੇ ਮੁੰਦਾਵਣੀ ਦੇ ਸ਼ਬਦ, ਸ਼ਲੋਕ ਮਹੱਲਾ ਪੰਜਵਾਂ, ਉਪਰੰਤ ਰਾਗਮਾਲਾ ਲਿਖਵਾ ਕੇ 18-10-20 ਤੱਕ ਸ਼੍ਰੀ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਪੰਨਤਾ ਕਰਵਾਈ। ਕਿਉਂਕਿ ਜਿਹੜਾ ਸਰੂਪ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਪਾਸੋਂ ਲਿਖਵਾਇਆ ਸੀ, 30 ਰਾਗਾਂ ਦੇ ਵਿੱਚ ਸ੍ਰੀ ਰਾਗ ਤੋਂ ਲੈ ਕੇ ਪ੍ਰਭਾਤੀ ਰਾਗ, ਫਿਰ ਰਾਗਮਾਲਾ, ਜਿਹੜਾ 31ਵਾਂ ਰਾਗ ਹੈ, ਇਹ ਧੰਨ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਵਾਲੇ ਅਸਥਾਨ 'ਤੇ ਰਾਗ ਜੈਜਾਵੰਤੀ ਦਰਜ ਕਰਵਾਇਆ। ਜਿਹੜੀ ਬੀੜ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਲਿਖਵਾਈ ਹੈ, ਉਹ ਬੀੜ ਅੱਜ ਵੀ ਸੰਗਤ ਜੀ ਕਰਤਾਰਪੁਰ ਅਸਥਾਨ ਹੈ, ਉਹ ਧੀਰਮੱਲੀਆਂ ਦੀ ਅੰਸ ਬੰਸ ਦੇ ਪਾਸ ਬੀੜ ਮੌਜੂਦ ਹੈ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਪੂਰਨਤਾ ਕਰਵਾ ਕੇ ਇੱਥੇ ਬਾਣੀ ਦੀ ਮਹਿਮਾ ਕਵੀ ਜੀ ਲਿਖਦੇ ਹਨ। ਅੱਗੇ
ਜਿਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਫਿਰ ਕਲਯੁਗ ਵੀ ਆਉਂਦਾ ਹੈ, ਆ ਕੇ ਬੇਨਤੀ ਕਰੇਗਾ ਕਿ ਮਹਾਰਾਜ ਮੈਨੂੰ ਕਿਰਪਾ ਕਰਕੇ ਕੋਈ ਥਾਂ ਬਖਸ਼ੋ ਕਿ ਮੈਂ ਵੀ ਇੱਥੇ ਆ ਸਕਾਂ। ਉਹਦੀ ਵੀ ਸਤਿਗੁਰਾਂ ਨੇ ਭਾਵਨਾ ਪੂਰੀ ਕਰਨੀ ਹੈ। ਫਿਰ ਇਹ ਸ਼੍ਰੀ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਪ੍ਰਕਾਸ਼ ਜਿਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਕਰਵਾਉਣਗੇ ਉਹ ਵਿਚਾਰਾਂ ਅੱਗੇ ਆ ਰਹੀਆਂ ਨੇ। ਆਓ ਗੁਰ ਸੰਗਤ ਜੀ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜ ਕੇ ਸਤਿਗੁਰੂ ਸਾਹਿਬ ਜੀ ਦੀ ਜੀਵਨ ਕੌਤਕਾਂ ਦੀ ਅੰਮ੍ਰਿਤਮਈ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਸਾਰੀ ਹੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜਨਮ ਜਿਨ ਲਿਖਿਓ ਭਾਉ ਤਰ। ਇੱਥੇ ਕਵੀ ਜੀ ਕਹਿੰਦੇ ਨੇ ਸਫਲ ਜਨਮ ਜਿਨ ਲਿਖਿਓ ਭਾਉ ਧਰ। ਉਹਨਾਂ ਦਾ ਜਨਮ ਸਫਲਾ ਹੈ ਜਿਨ੍ਹਾਂ ਨੇ ਬਹੁਤ ਪ੍ਰੇਮ ਦੇ ਨਾਲ ਇਹ ਬਾਣੀ ਨੂੰ ਲਿਖਿਆ ਹੈ, ਅਤੇ ਉਹ ਸਫਲ ਜਨਮ ਵਾਲੇ ਹਨ। ਅਤੀ ਸਨਮਾਨਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ, ਉਹਨਾਂ ਨੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਭਾਈ ਸਾਹਿਬ ਜੀ ਪਾਸੋਂ ਬਾਣੀ ਲਿਖਵਾਉਂਦੇ ਇਹ ਬੀੜ ਲਿਖਵਾਈ ਹੈ, ਉਸ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ ਨੇ ਲਿਖੀ। ਇੱਕ ਹੁੰਦਾ ਹੈ ਲਿਖਣਾ, ਪੜ੍ਹਨਾ, ਸੁਣਨਾ। ਕੇਵਲ ਮਨੁੱਖ ਉੱਥੇ ਉਹਦਾ ਦੁਨਿਆਵੀ ਸਵਾਰਥ ਹੁੰਦਾ ਹੈ ਕਿ ਮੈਨੂੰ ਇਸ ਵਿੱਦਿਆ ਬਦਲੇ ਆ ਮਿਲੇ ਅਤੇ ਮੈਂ ਪੜ੍ਹ ਸੁਣ ਲਵਾਂ। ਪਰ ਜਿੱਥੇ ਅਧਿਆਤਮਿਕ ਵਿੱਦਿਆ ਦੀ ਗੱਲ ਆਉਂਦੀ ਹੈ ਉੱਥੇ ਪ੍ਰੇਮ ਦੇ ਨਾਲ ਬਾਣੀ ਲਿਖਣ ਵਾਲੇ ਉਹਨਾਂ ਦਾ ਵੀ ਜੀਵਨ ਸਫਲਾ। ਜਿਨ੍ਹਾਂ ਨੇ ਪ੍ਰੇਮ ਦੇ ਨਾਲ ਬਾਣੀ ਸੁਣੀ ਹੈ ਅਤੇ ਪ੍ਰੇਮ ਦੇ ਨਾਲ ਬਾਣੀ ਨੂੰ ਗਾਇਨ ਕੀਤਾ ਹੈ ਉਹਨਾਂ ਦਾ ਵੀ ਜੀਵਨ ਸਫਲਾ ਹੁੰਦਾ ਹੈ। ਇੱਥੇ ਭਾਈ ਸਾਹਿਬ ਕਹਿੰਦੇ ਨੇ ਉਹਨਾਂ ਦਾ ਜੀਵਨ ਸਫਲਾ ਹੈ ਜਿਨ੍ਹਾਂ ਨੇ ਪ੍ਰੇਮ ਦੇ ਨਾਲ ਇਸ ਬਾਣੀ ਨੂੰ ਲਿਖਿਆ ਹੈ। ਸਫਲ ਹਾਥ ਆਪਣੇ ਕਰਤਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਆਪਣੇ ਹਸਤ ਕਮਲਾਂ ਨੂੰ ਸਫਲਿਆਂ ਕਰ ਲਿਆ, ਕਿਉਂਕਿ ਹੱਥ ਤਾਂ ਉਹੀ ਸਫਲੇ ਨੇ ਨਾ ਜਿਹੜੇ ਗੁਰੂ ਦੀ ਸੇਵਾ ਵਿੱਚ ਲੱਗ ਜਾਣ। ਬਚਨ ਆਪਾਂ ਭਾਈ ਸਾਹਿਬ ਜੀ ਦਾ ਪੜ੍ਹਦੇ ਹਾਂ, ਵਿਣ ਸੇਵਾ ਧ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ। ਸੇਵਾ ਤੋਂ ਬਿਨਾਂ ਹੱਥ ਪੈਰ ਇਹ ਤ੍ਰਿਕਾਰ ਹਨ। ਇਹਨਾਂ ਦਾ ਲਾਭ ਕੀ ਜੇ ਇਹਨਾਂ ਨਾਲ ਸੇਵਾ ਹੀ ਨਾ ਕੀਤੀ, ਪੈਰਾਂ ਨਾਲ ਚੱਲ ਕੇ ਸੰਗਤ 'ਚ ਹੀ ਨਾ ਗਿਆ। ਇਸ ਲਈ ਜਿਨ੍ਹਾਂ ਨੇ ਪ੍ਰੇਮ ਦੇ ਨਾਲ ਬਾਣੀ ਨੂੰ ਲਿਖਿਆ, ਬਾਣੀ 'ਚ ਵੀ ਆਪਾਂ ਬਚਨ ਪੜ੍ਹਦੇ ਹਾਂ ਕਿ ਉਹਨਾਂ ਦੇ ਹੱਥ ਸਫਲੇ ਹਨ। ਉਹਨਾਂ ਨੇ ਆਪਣੇ ਹੱਥਾਂ ਨੂੰ ਸਫਲਿਆਂ ਕਰ ਲਿਆ। ਨਮਸਕਾਰ ਹੈ ਭਾਈ ਗੁਰਦਾਸ ਸਾਹਿਬ ਜੀ ਨੂੰ ਜਿਨ੍ਹਾਂ ਨੇ ਬਹੁਤ ਵੱਡੀ ਇਹ ਸੇਵਾ ਨਿਭਾਈ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਸ ਬੈਠ ਕੇ ਬੜੇ ਪ੍ਰੇਮ ਦੇ ਨਾਲ ਬਾਣੀ ਲਿਖੀ ਹੈ। ਉਹਨਾਂ ਦਾ ਜੀਵਨ ਸਫਲਾ, ਉਹਨਾਂ ਦੇ ਹੱਥ ਸਫਲੇ ਹਨ। ਪਠੈ ਪ੍ਰੇਮ ਤੇ ਹਰਖੈ ਉਰਮੈ ਹੈ। ਜਿਹੜਾ ਵੀ ਪ੍ਰੇਮ ਦੇ ਨਾਲ ਬਾਣੀ ਨੂੰ ਪੜ੍ਹਦਾ ਹੈ ਹਰਖੈ ਉਰਮੈ, ਉਰ ਨਾਮ ਹੈ ਹਿਰਦੇ ਦਾ, ਉਹਦਾ ਹਿਰਦਾ ਪ੍ਰਸੰਨ ਹੋ ਜਾਂਦਾ ਹੈ। ਪਰ ਹੁਣ ਸ਼ਰਤ ਇਹ ਹੈ ਕਿ ਜਿਸ ਤਰ੍ਹਾਂ ਵਿਆਹ ਦੇ ਵਿੱਚ ਲਾੜਾ ਨਾ ਹੋਵੇ ਬਰਾਤ ਵਿੱਚ ਤੇ ਬਰਾਤ ਸ਼ੋਭਦੀ ਨਹੀਂ, ਇਸੇ ਤਰ੍ਹਾਂ ਜਦੋਂ ਵੀ ਕੋਈ ਧਰਮ ਦਾ ਕਰਮ ਕਰੀਏ ਤੇ ਉਹਦੇ ਵਿੱਚ ਪ੍ਰੇਮ ਹੋਣਾ ਲਾਜ਼ਮੀ ਹੈ। ਜੇ ਪ੍ਰੇਮ ਤੋਂ ਬਿਨਾਂ ਅਸੀਂ ਕੋਈ ਕੰਮ ਕਰ ਰਹੇ ਹਾਂ ਧਰਮ ਦਾ, ਉਹਦਾ ਕੋਈ ਬਹੁਤਾ ਲਾਭ ਨਹੀਂ। ਉਹਦੇ ਬਾਰੇ ਗੁਰਦੇਵ ਕਹਿੰਦੇ ਨੇ ਬੱਧਾ ਚੱਟੀ ਜੋ ਭਰੈ ਨਾ ਗੁਣ ਨਾ ਉਪਕਾਰ। ਜਿਹੜਾ ਬੱਧਾ ਚੱਟੀ ਕਰਮ ਕਰ ਰਿਹਾ ਹੈ ਉਹ ਕਰਨ ਦਾ ਕੋਈ ਬਹੁਤਾ ਲਾਭ ਨਹੀਂ। ਇੱਥੇ ਤਾਂ ਪ੍ਰੇਮ ਦੇ ਨਾਲ ਜਿਹਨੇ ਬਾਣੀ ਨੂੰ ਪੜ੍ਹਿਆ ਹੈ, ਬਾਣੀ ਨੂੰ ਗਾਇਆ ਹੈ, ਉਹਦੇ ਨੂੰ ਹਿਰਦੇ ਦੀ ਪ੍ਰਸੰਨਤਾ ਮਿਲਦੀ ਹੈ, ਉਹਦਾ ਹਿਰਦਾ ਖੁਸ਼ ਹੁੰਦਾ ਹੈ, ਉਹਨੂੰ ਆਤਮਿਕ ਆਨੰਦ ਬਾਣੀ ਵਿੱਚੋਂ ਆਉਂਦਾ ਹੈ। ਪੁਲਕੈ ਝਲਕੈ ਜਲ ਦ੍ਰਿਗ ਮਾਹੇ। ਫਿਰ ਪ੍ਰੇਮ ਦੇ ਨਾਲ ਜਿਹੜੇ ਬਾਣੀ ਪੜ੍ਹਦੇ ਨੇ, ਬਾਣੀ ਪੜ੍ਹਦਿਆਂ ਪੜ੍ਹਦਿਆਂ ਜਦੋਂ ਇਹ ਪਲਕਾਂ ਝਮਕਦੇ ਨੇ ਤੇ ਨੇਤਰਾਂ ਵਿੱਚੋਂ ਆਪ ਮੁਹਾਰੇ ਪ੍ਰੇਮ ਦਾ ਜਲ ਵਹਿੰਦਾ ਹੈ। ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੈ, ਮੈਂ ਨੀਰ ਵਹਿ ਚੱਲੈ ਜੀ। ਜਿਉਂ-ਜਿਉਂ ਪ੍ਰੇਮ ਦੇ ਨਾਲ ਸਿੱਖ ਬਾਣੀ ਪੜ੍ਹਦੇ ਨੇ ਨਾ ਹਿਰਦੇ ਦੇ ਨਾਲ, ਪ੍ਰੇਮ ਦੇ ਨਾਲ, ਤੇ ਫਿਰ ਉਹ ਪਿਆਰ ਆਪ ਮੁਹਾਰੇ ਨੇਤਰਾਂ ਰਾਹੀਂ ਜਲ ਬਣ ਕੇ ਬਾਹਰ ਆਉਂਦਾ ਕਿ ਜਿਸ ਅਕਾਲ ਪੁਰਖ ਦੀ ਅਸੀਂ ਉਪਮਾ ਬਾਣੀ 'ਚ ਪੜ੍ਹ ਰਹੇ ਹਾਂ ਕਿ ਸਾਨੂੰ ਗੁਰੂ ਸਾਹਿਬ ਕਿਰਪਾ ਕਰੋ, ਐਸੇ ਮਹਾਨ ਬਖਸ਼ਿਸ਼ਾਂ ਨੂੰ ਕਰਨ ਵਾਲੇ ਪ੍ਰਮਾਤਮਾ ਦੇ ਸਾਨੂੰ ਵੀ ਦਰਸ਼ਨ ਕਰਵਾ ਦਿਓ। ਜਦੋਂ ਭਗਤਾਂ ਦੀ ਵਾਰਤਾ ਬਾਣੀ ਅੰਦਰ ਪੜ੍ਹਦੇ ਹਾਂ, ਜਦੋਂ ਕਮਾਈ ਵਾਲਿਆਂ ਦੇ ਜੀਵਨ ਬਾਣੀ 'ਚੋਂ ਪੜ੍ਹੇ, ਫਿਰ ਜਦੋਂ ਪੜ੍ਹਿਆ ਕਿ ਤੁਸੀਂ ਤਾਂ ਪਤਤਾਂ ਨੂੰ ਵੀ ਉਧਾਰਨ ਵਾਲੇ, ਜਦੋਂ ਉਹਨਾਂ ਦੇ ਜੀਵਨ ਅਸੀਂ ਬਾਣੀ ਵਿੱਚੋਂ ਪੜ੍ਹਦੇ ਹਾਂ, ਪ੍ਰੇਮ ਦੇ ਨਾਲ ਪੜ੍ਹਦੇ ਹਾਂ,
ਨੇਤਰਾਂ ਰਾਹੀਂ ਜਿਹੜਾ ਜਲ ਹੈ ਉਹ ਚੱਲ ਪੈਂਦਾ ਹੈ। ਹਰਖੈ ਜਨ ਅੰਮ੍ਰਿਤ ਕੋ ਬਰਖੈ। ਪ੍ਰਸੰਨ ਹੁੰਦੇ ਹਨ ਉਹ ਜੀ ਬਾਣੀ ਪੜਨ ਵਾਲੇ, ਤੇ ਅੰਮ੍ਰਿਤ ਦੀ ਵਰਖਾ ਜਦੋਂ ਹੁੰਦੀ ਹੈ ਅੰਮੇ ਉਹ ਚੱਲੇ ਝਰਣੇ। ਜਦੋਂ ਪ੍ਰੇਮ ਦੇ ਨਾਲ ਕੋਈ ਬਾਣੀ ਪੜਦਾ ਤੇ ਸੁਣਦਾ ਹੈ, ਇਹ ਅੰਮ੍ਰਿਤ ਦੀ ਵਰਖਾ ਜਿਹੜੀ ਹੈ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰ। ਜਦੋਂ ਮਨ ਸ਼ਬਦ ਨੂੰ ਸੁਣਨ ਲੱਗ ਪੈਂਦਾ ਹੈ, ਸ਼ਬਦ ਦੀ ਵਿਚਾਰ ਨੂੰ ਮਨ ਕਰਕੇ ਸੁਣੀਦਾ ਹੈ, ਫਿਰ ਕੀ ਪ੍ਰਾਪਤ ਹੁੰਦਾ ਹੈ? ਝਿਮ ਝਿਮ ਵਰਸੈ ਅੰਮ੍ਰਿਤ ਧਾਰਾ। ਹੁਣ ਅੰਮ੍ਰਿਤ ਦੀ ਧਾਰਾ ਕਿੱਥੇ ਹੈ? ਉਹ ਉਹਨਾਂ ਦੇ ਅੰਦਰ ਉਹਨਾਂ ਨੂੰ ਅੰਮ੍ਰਿਤ ਦੀ ਧਾਰਾ ਮਿਲਦੀ ਹੈ ਜਿਹੜੇ ਪ੍ਰੇਮ ਦੇ ਨਾਲ ਇਸ ਬਾਣੀ ਨੂੰ ਗਾਉਂਦੇ ਨੇ, ਪੜ੍ਹਦੇ ਨੇ, ਵਿਚਾਰਦੇ ਹਨ। ਤਰਕਹਿ ਵਿਸ਼ੇ ਗੁਣਨ ਅਵਗਾਹੀ। ਬਾਣੀ ਨੂੰ ਪੜ੍ਹਨ ਵਾਲੇ ਵਿਸ਼ਿਆਂ ਵਿਕਾਰਾਂ ਨੂੰ ਤਰਕ ਕਰਨ ਲੱਗ ਪੈਂਦੇ। ਆਮ ਦੇਖੀਏ ਤੇ ਲੋਕਾਂ ਨੂੰ, ਦੁਨਿਆਵੀ ਲੋਕਾਂ ਨੂੰ ਵਿਸ਼ੇ ਮਿੱਠੇ ਲੱਗਦੇ, ਪਰ ਜਿਹੜੇ ਜਿਉਂ-ਜਿਉਂ ਪ੍ਰੇਮ ਦੇ ਨਾਲ ਬਾਣੀ ਪੜ੍ਹੀ ਦੀ ਹੈ, ਫਿਰ ਜਿਹੜੇ ਵਿਸ਼ੇ ਵਿਕਾਰ ਨੇ ਉਹ ਤਾਂ ਜ਼ਹਿਰ ਲੱਗਦੇ ਨੇ। ਜਦੋਂ ਬਾਣੀ 'ਚ ਬਚਨ ਆਉਂਦੇ ਨੇ, ਹੇ ਕਾਮੰ ਨਰਕ ਵਿਸਰਾਮੰ ਬਹੁ ਜੋਨੀ ਭਰਮਾਵਣ। ਇਸ ਤਰ੍ਹਾਂ ਜਿਹੜੇ ਵਿਕਾਰ ਹਨ ਉਹ ਜੂਨਾਂ ਵਿੱਚ ਖੜਨ ਵਾਲੇ, ਜਿਹੜੇ ਜਿਹੜੇ ਵਿਕਾਰੀ ਹੋ ਕੇ ਵਿਸ਼ੇ ਭੋਗਦੇ ਰਹੇ, ਉਹਨਾਂ ਦੇ ਹਾਲ ਕੀ ਹੋਏ। ਤੇ ਜਦੋਂ ਫਿਰ ਪਤਿਤ ਬੰਦਿਆਂ ਨੇ ਵੀ ਬਾਣੀ ਨੂੰ ਪ੍ਰੇਮ ਦੇ ਨਾਲ ਗਾਇਆ, ਪਰਮਾਤਮਾ ਦੇ ਜਸ ਨੂੰ ਗਾਇਆ, ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ, ਪਤਿਤ ਪਵਿੱਤ ਭਏ ਰਾਮ ਕਹਿਤ ਹੀ। ਜਦੋਂ ਉਹਨਾਂ ਪਤਿਤਾਂ ਦਾ ਵੀ ਜੀਵਨ ਪੜ੍ਹਿਆ ਕਿ ਰਾਮ ਕਹਿਣ ਵਾਲੇ ਉਹ ਵੀ ਤਰ ਗਏ, ਤੇ ਫਿਰ ਰਾਮ ਕਹਿਤ ਜਨ ਕਸ ਨਾ ਤਰੇ। ਫਿਰ ਭਗਤ ਜੀ ਕਹਿੰਦੇ ਕਿ ਇੰਨੇ ਪੱਥਰ ਵੀ ਤਰੇ, ਪਤਿਤ ਵੀ ਤਰੇ, ਤੇ ਫਿਰ ਤੂੰ ਕਿਉਂ ਨਹੀਂ ਤਰੇਂਗਾ? ਤੂੰ ਵੀ ਪ੍ਰੇਮ ਦੇ ਨਾਲ ਉਹਦਾ ਜਸ ਗਾ। ਫਿਰ ਜਦੋਂ ਪ੍ਰੇਮ ਦੇ ਨਾਲ ਜਸ ਗਾਇਆ ਤੇ ਅੰਮ੍ਰਿਤ ਦੀ ਧਾਰਾ ਜਿਹੜੀ ਅੰਦਰ ਹੈ ਉਹ ਚੱਲੀ। ਵਿਸ਼ਿਆਂ ਵਿਕਾਰ ਜਿਹੜੇ ਨੇ ਉਹ ਜਿਹੜੇ ਜ਼ਹਿਰ ਲੱਗਣ ਲੱਗੇ ਹਨ, ਗੁਣਨ ਅਵਗਾਹੇ, ਤੇ ਫਿਰ ਗੁਣਾਂ ਦੇ ਧਾਰਨੀ ਬਣੇ ਹਨ ਉਹ ਬਾਣੀ ਪੜਨ ਵਾਲੇ। ਸੇ ਨਰ ਪਰੇ ਪਾਰ ਨਹਿ ਜਨਮੈ, ਸੁਨਹਿ ਏਕ ਮਨ ਥਿਰਤਾ ਪਾਹੇ। ਜਿਨ੍ਹਾਂ ਨੇ ਆਪਣੇ ਮਨ ਨੂੰ ਟਿਕਾ ਕੇ ਇੱਕ ਮਨ ਹੋ ਕੇ ਬਾਣੀ ਨੂੰ ਸੁਣਿਆ ਤੇ ਪੜ੍ਹਿਆ ਹੈ, ਉਹਨਾਂ ਨੂੰ ਪ੍ਰਾਪਤੀ ਕਿਹੜੀ ਹੋਈ? ਮਹਾਰਾਜ ਇੱਥੇ ਕਵੀ ਜੀ ਲਿਖਦੇ ਹਨ ਕਿ ਬਾਣੀ ਨੂੰ ਪ੍ਰੇਮ ਦੇ ਨਾਲ ਪੜ੍ਹਨ ਅਤੇ ਸੁਣਨ ਵਾਲੇ ਜਿਹੜੇ ਹਨ ਉਹ ਇਸ ਸੇ ਨਰ ਪਰੇ ਪਾਰ ਨਹਿ ਜਨਮੈ, ਉਹ ਇਸ ਸੰਸਾਰ ਸਾਗਰ ਤੋਂ ਪਾਰ ਹੋ ਗਏ, ਤੇ ਫਿਰ ਦੁਬਾਰਾ ਉਹਨਾਂ ਨੇ ਮੁੜ ਕੇ ਸੰਸਾਰ ਵਿੱਚ ਜਨਮ ਨਹੀਂ ਲਿਆ, ਕਿਉਂਕਿ ਇਹ ਬਾਣੀ ਧੁਰ ਦਰਗਾਹ ਤੋਂ ਆਈ ਹੈ। ਤੇ ਜਿਹੜਾ ਬਾਣੀ ਨੂੰ ਮਨ ਦੇ ਨਾਲ ਪ੍ਰੇਮ ਦੇ ਨਾਲ ਗਾਉਂਦਾ ਹੈ, ਸੁਣਦਾ ਹੈ, ਪੜ੍ਹਦਾ ਹੈ, ਉਹਦਾ ਵਾਸਾ ਵੀ ਫਿਰ ਸੱਚਖੰਡ 'ਚ ਹੁੰਦਾ ਹੈ। ਸੱਚਖੰਡ ਵਸੈ ਨਿਰੰਕਾਰ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਉਹਨਾਂ ਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਗਈਆਂ। ਜਿਹੜੇ ਬਾਣੀ ਨੂੰ ਗਾਉਂਦੇ, ਪੜ੍ਹਦੇ ਅਤੇ ਸੁਣਦੇ ਹਨ ਉਹ ਫਿਰ ਇਸ ਸੰਸਾਰ ਵਿੱਚ ਮੁੜ ਮੁੜ ਕੇ ਜੰਮਦੇ ਨਹੀਂ, ਮਰਦੇ ਨਹੀਂ। ਆਮ ਮਨਮੁੱਖਾਂ ਦੇ ਜੀਵਨ ਤਾਂ ਐਸੇ ਨੇ, ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਪਰ ਜਿਹੜੇ ਗਿਆਨਵਾਨ ਹਨ, ਬਾਣੀ ਨੂੰ ਪੜ੍ਹਨ ਸੁਣਨ ਵਾਲੇ, ਜਿਸ ਤਰ੍ਹਾਂ ਗੁਰੂ ਕਲਗੀਧਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਿੰਘਾਂ ਨੇ ਸਵਾਲ ਕੀਤਾ ਸੀ, ਮਹਾਰਾਜ ਇਹ ਬਾਣੀ ਨੂੰ ਜਿਹੜੇ ਪ੍ਰੇਮ ਦੇ ਨਾਲ ਗਾਉਂਦੇ ਤੇ ਸੁਣਦੇ ਨੇ ਉਹਨਾਂ ਦਾ ਵਾਸਾ ਕਿੱਥੇ ਹੁੰਦਾ ਹੈ? ਤੇ ਸਤਿਗੁਰੂ ਜੀ ਨੇ ਇੱਕ ਬੜਾ ਸੁੰਦਰ ਕੌਤਕ ਕਰਕੇ ਸਿੱਖਾਂ ਨੂੰ ਇਹਦਾ ਉੱਤਰ ਦਿੱਤਾ ਸੀ। ਸਤਿਗੁਰੂ ਜੀ ਨੇ ਆਪਣੇ ਕਮਾਨ ਦੇ ਵਿੱਚੋਂ ਵਾਹਿਗੁਰੂ ਤੀਰਾਂ ਦੇ ਪੱਥੇ ਵਿੱਚੋਂ ਤੀਰ ਕੱਢਿਆ ਖਪਰਾ। ਨੌਟੰਕੀ ਕਮਾਨ ਦੇ ਉੱਤੇ ਸਤਿਗੁਰਾਂ ਨੇ ਤੀਰ ਰੱਖਿਆ, ਤੇ ਉਸ ਤੀਰ ਦੇ ਨਾਲ ਸਤਿਗੁਰਾਂ ਨੇ ਹਮਾਊਂ ਪੰਛੀ ਦਾ ਜਿਹੜਾ ਖੰਭ ਸੀ ਉਹ ਨਾਲ ਬੰਨ੍ਹ ਦਿੱਤਾ। ਆਕਾਸ਼ ਵੱਲ ਸਤਿਗੁਰਾਂ ਨੇ ਉਹ ਤੀਰ ਚਲਾਇਆ ਨੌਟੰਕੀ ਕਮਾਨ ਦੇ ਨਾਲ, ਤੇ ਉਸ ਵੇਲੇ ਉਹ ਤੀਰ ਛੂੰਕਦਾ ਆਕਾਸ਼ ਵੱਲ ਗਿਆ ਤੇ ਦੁਬਾਰਾ ਪਰਤ ਕੇ ਥੱਲੇ ਨਹੀਂ ਆਇਆ। ਸਾਰੇ ਹੈਰਾਨ ਹੋ ਕੇ ਪੁੱਛਦੇ ਨੇ, ਸਤਿਗੁਰੂ ਇਹ ਤੀਰ ਕਿੱਥੇ ਆ? ਮਹਾਰਾਜ ਕਹਿੰਦੇ ਤੁਸੀਂ ਦੱਸੋ। ਤੇ ਹੱਥ ਜੋੜ ਕੇ ਸਿੰਘ ਕਹਿੰਦੇ, ਸਤਿਗੁਰੂ ਅਸੀਂ ਤਾਂ ਅਣਜਾਣ, ਸਾਡੀ ਤਾਂ ਬੁੱਧੀ ਬਹੁਤ ਛੋਟੀ ਹੈ, ਆਪ ਕਿਰਪਾ ਕਰਕੇ ਸਾਨੂੰ ਚਾਨਣ ਕਰਾਓ ਕਿ ਤੀਰ ਗਿਆ ਕਿੱਥੇ। ਸਤਿਗੁਰੂ ਕਹਿਣ ਲੱਗੇ ਕਿ ਇਹ ਤੀਰ ਜਿਹੜਾ ਹੈ ਇਹਦੇ ਨਾਲ ਅਸੀਂ ਹਮਾਊਂ ਪੰਛੀ ਦਾ ਖੰਭ ਬੰਨਿਆ ਸੀ। ਇਹ ਜਿਸ ਨਗਰੀ ਦੇ ਵਿੱਚ ਹਮਾਊਂ ਪੰਛੀ ਜਿਸ ਨਗਰੀ ਦੇ ਵਿੱਚ ਉਹ ਵੱਸਦੇ ਨੇ, ਉਹ ਖੰਭ ਵੀ ਉੱਥੇ ਚਲਾ ਗਿਆ ਤੇ ਆਪਣੇ ਨਾਲ ਤੀਰ ਨੂੰ ਵੀ ਲੈ ਗਿਆ। ਮਹਾਰਾਜ ਕਹਿੰਦੇ, ਗੁਰਸਿੱਖੋ ਇਹ ਤੁਹਾਡੇ ਕੱਲ੍ਹ ਦੇ ਪ੍ਰਸ਼ਨ ਦਾ ਸਵਾਲ ਹੈ। ਤੁਸੀਂ ਪੁੱਛਿਆ ਸੀ ਕਿ ਬਾਣੀ ਨੂੰ ਪੜ੍ਹਨ ਵਾਲਿਆਂ ਦਾ ਵਾਸਾ ਕਿੱਥੇ ਹੁੰਦਾ। ਗੁਰਦੇਵ ਕਹਿੰਦੇ ਜਿਸ ਤਰ੍ਹਾਂ ਤੀਰਾਂ ਦੇ ਨਾਲ ਖੰਭ ਲੱਗਾ ਤੇ ਤੀਰ ਨੂੰ ਵੀ ਨਾਲ ਹੀ ਆਪਣੇ ਦੇਸ਼ ਨੂੰ ਲੈ ਗਿਆ, ਇਸੇ ਤਰ੍ਹਾਂ ਜਿਹੜੇ ਮਨ ਕਰਕੇ ਗੁਰੂ ਦੀ ਬਾਣੀ ਨੂੰ ਪੜ੍ਹਨਗੇ, ਸੁਣਨਗੇ, ਪ੍ਰੇਮ ਦੇ ਨਾਲ ਵਿਚਾਰਨਗੇ, ਇਹ ਬਾਣੀ ਧੁਰ ਦਰਗਾਹ ਤੋਂ ਆਈ ਹੈ। ਜਿਹੜਾ ਬਾਣੀ ਨੂੰ ਹਿਰਦੇ 'ਚ ਵਸਾਏਗਾ ਉਹ ਇਸ ਸੰਸਾਰ ਸਾਗਰ ਤੋਂ ਤਰ ਜਾਵੇਗਾ, ਪਾਰ ਹੋਵੇਗਾ। ਉਹਨਾਂ ਦਾ ਵਾਸਾ ਵੀ ਧੁਰ ਦਰਗਾਹ ਵਿੱਚ, ਸੱਚਖੰਡ ਵਿੱਚ ਹੋਵੇਗਾ। ਇਹ ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਨੇ ਬਾਣੀ ਦਾ ਮਹਾਤਮ ਦਰਸਾਇਆ ਹੈ।
ਇੱਥੇ ਭਾਈ ਸੰਤੋਖ ਸਿੰਘ ਜੀ ਵੀ ਕਹਿੰਦੇ ਨੇ ਕਿ ਗੁਰੂ ਅਰਜਨ ਦੇਵ ਸਾਹਿਬ ਨੇ ਸਾਡੇ ਤੇ ਬੜਾ ਵੱਡਾ ਪਰਉਪਕਾਰ ਕੀਤਾ ਹੈ ਕਿ ਜਿਹੜਾ ਇਹ ਬਾਣੀ ਨੂੰ ਪ੍ਰੇਮ ਦੇ ਨਾਲ ਪੜ੍ਹਦਾ ਤੇ ਸੁਣਦਾ ਹੈ ਉਹ ਮਨੁੱਖ ਫਿਰ ਸੰਸਾਰ ਦੇ 84 ਦੇ ਗੇੜ ਵਿੱਚ ਨਹੀਂ ਆਉਂਦਾ। ਦੋਹਰਾ ਭਇਓ ਗ੍ਰੰਥ ਸਾਹਿਬ ਰੁਚਰ ਭੋਗ ਪਾਏ ਬੇਹੇਤ। ਸ਼੍ਰੀ ਗ੍ਰੰਥ ਸਾਹਿਬ ਜੀ ਦੀ ਸੰਪੰਨਤਾ ਹੋਈ ਹੈ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਪਾਸੋਂ ਇਹ ਬਾਣੀ ਜਿਹੜੀ ਲਿਖਵਾਈ ਤੇ ਆਪਾਂ ਆਰੰਭ ਤੋਂ ਸਰਵਣ ਕੀਤਾ ਹੈ ਕਿਸ ਤਰ੍ਹਾਂ ਮਹਾਰਾਜ ਜੀ ਨੇ ਪ੍ਰੇਮ ਦੇ ਨਾਲ ਜਪਜੀ ਸਾਹਿਬ ਤੋਂ ਆਰੰਭਤਾ ਕੀਤੀ। ਫਿਰ ਸ੍ਰੀ ਰਾਗ ਪਹਿਲਾ ਰਾਗ ਤੇ ਰਾਗਾਂ ਦੀ ਇਸ ਤਰ੍ਹਾਂ ਮਹਾਰਾਜ ਜੀ ਨੇ ਬਾਣੀ ਦੀ ਤਰਤੀਬ ਰੱਖੀ ਕਿ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ, ਫਿਰ ਦੂਜੇ ਸਤਿਗੁਰਾਂ ਦੀ, ਤੀਜੇ ਪਾਤਸ਼ਾਹ ਦੀ, ਚੌਥੇ ਪਾਤਸ਼ਾਹ ਜੀ ਦੀ ਬਾਣੀ, ਫਿਰ ਆਪਣੀ ਬਾਣੀ ਦਰਜ ਕਰਕੇ ਫਿਰ ਭਗਤਾਂ ਦੀ ਬਾਣੀ ਸਤਿਗੁਰਾਂ ਨੇ ਉੱਪਰ ਚੜਾਈ। ਇਸੇ ਤਰ੍ਹਾਂ ਸਾਰੇ ਰਾਗਾਂ ਵਿੱਚ ਗੁਰੂ ਸਾਹਿਬ ਨੇ ਬਖਸ਼ਿਸ਼ਾਂ ਕੀਤੀਆਂ। ਪ੍ਰਭਾਤੀ ਲਿਖ ਕੇ ਰਾਗ 30 ਰਾਗ ਸੰਪੂਰਨ ਕਰਕੇ ਫਿਰ ਜਿਸ ਤਰ੍ਹਾਂ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਚੱਲ ਕੇ ਜਗਿਆਸੂ ਆਏ ਸਨ ਉਹਨਾਂ ਨੂੰ ਉਪਦੇਸ਼ ਦਿੰਦਿਆਂ ਸ਼ਲੋਕ ਸਹਿਸਕ੍ਰਿਤੀ ਉਚਾਰੇ। ਫਿਰ ਭੱਟ ਗੁਰੂ ਸਾਹਿਬ ਜੀ ਸ਼ਰਨ ਵਿੱਚ ਆਏ ਸਨ ਉਹਨਾਂ ਨੇ ਪੰਜਾਂ ਸਤਿਗੁਰਾਂ ਦੀ ਮਹਿਮਾ ਵਿੱਚ ਜਸ ਗਾਇਆ। ਉਹਨਾਂ ਦੀ ਬਾਣੀ ਗੁਰੂ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਕੀਤੀ ਹੈ। ਮੁੰਦਾਵਣੀ ਸ਼ਲੋਕ ਮਹੱਲਾ ਪੰਜਵਾਂ ਰਾਗਮਾਲਾ ਲਿਖਵਾ ਕੇ ਸਤਿਗੁਰਾਂ ਨੇ ਭੋਗ ਪਵਾਇਆ ਹੈ। ਅਨਕ ਪਾਤ ਉਤਸ਼ਾਹ ਕੀ ਤਿਆਰੀ ਕਰੀ ਸੁਚੇਤ। ਫਿਰ ਸੁਚੇਤ ਹੋ ਕਰਕੇ ਅਨੇਕਾਂ ਤਰ੍ਹਾਂ ਉਤਸ਼ਾਹ ਦੀ ਤਿਆਰੀ ਕੀਤੀ ਹੈ ਕਿਉਂਕਿ ਬਹੁਤ ਵੱਡਾ ਕਾਰਜ ਜਿਹੜਾ ਸੀ ਉਹ ਸੰਪੂਰਨ ਹੋ ਗਿਆ ਹੈ। ਹੋਇਆ ਗੁਰੂ ਸਾਹਿਬ ਜੀ ਆਪ ਕਰਨ ਵਾਲੇ ਨੇ, ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕੁਛ ਨਾਹੀਂ। ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਬਾਣੀ ਦਾ ਭੋਗ ਪਵਾਇਆ ਫਿਰ ਸਾਰੀਆਂ ਸੰਗਤਾਂ ਉਤਸ਼ਾਹ ਦੇ ਨਾਲ ਤਿਆਰ ਹੋਈਆਂ ਨੇ। ਤੋਟਕ ਛੰਦ ਬਉਨ ਕੀ ਬਹੁ ਕੀਨ ਤਿਹਾਵਲ ਮੇਲ ਪਇਓ। ਤਿਹਾਵਲ ਹੁੰਦਾ ਤਿੰਨ ਵਸਤੂਆਂ ਦਾ ਮਿਲਾਇਆ ਹੋਇਆ ਬਣਾਇਆ ਹੋਇਆ ਪ੍ਰਸ਼ਾਦ, ਬਰਾਬਰ ਦੀ ਮਾਤਰਾ ਦੇ ਵਿੱਚ ਘਿਓ, ਖੰਡ ਤੇ ਆਟਾ ਜਿਹੜਾ ਉਹ ਬਰਾਬਰ ਦੀ ਮਿਆਦ ਇੱਕ ਮਿਆਦ ਵਿੱਚ ਲੈ ਕੇ ਉਹਨਾਂ ਨੂੰ ਮਿਲਾ ਕਰਕੇ ਤਿਆਰ ਕਰਨਾ ਉਹਨੂੰ ਕਿਹਾ ਜਾਂਦਾ ਹੈ ਤਿਹਾਵਲ। ਵੱਡੀ ਮਾਤਰਾ ਵਿੱਚ ਤਿਹਾਵਲ ਕੜਾ ਪ੍ਰਸ਼ਾਦ ਤਿਆਰ ਹੋਇਆ ਹੈ। ਸਭ ਸੰਗਤ ਸ਼੍ਰਵਣ ਸੁਨਾਏ ਦਿਓ। ਸਾਰੀ ਸਿੱਖ ਸੰਗਤਾਂ ਨੂੰ ਕੰਨਾਂ ਦੇ ਵਿੱਚ ਸੁਣਾਈ ਦਿੱਤਾ ਹੈ। ਅਬ ਗ੍ਰੰਥ ਸੰਪੂਰਨ ਹੋਏ ਗਇਓ। ਕੀ ਸੁਣਿਆ ਸਿੱਖਾਂ ਨੇ ਕਿ ਜਿਹੜੀ ਬੀੜ ਗੁਰੂ ਸਾਹਿਬ ਜੀ ਲਿਖਵਾ ਰਹੇ ਸੀ ਨਾ ਗ੍ਰੰਥ ਸਾਹਿਬ ਜੀ ਦੀ ਬੀੜ ਉਹ ਸਤਿਗੁਰਾਂ ਨੇ ਸੰਪੂਰਨ ਕਰ ਦਿੱਤੀ ਹੈ। ਦਰਸ਼ਨ ਸਭ ਆਨ ਉਤਸ਼ਾਹ ਕੀਓ। ਸਾਰੀ ਸੰਗਤਾਂ ਨੂੰ ਸੁਨੇਹਾ ਭੇਜ ਦਿੱਤੇ ਨੇ ਕਿ ਸੰਗਤਾਂ ਉਤਸ਼ਾਹ ਦੇ ਨਾਲ ਆ ਕੇ ਦਰਸ਼ਨ ਕਰ ਸਕਦੀਆਂ ਕਿਉਂਕਿ ਜਿੰਨਾ ਸਮਾਂ ਸਤਿਗੁਰੂ ਜੀ ਬਾਣੀ ਲਿਖਵਾ ਰਹੇ ਇਕਾਂਤ ਦੇ ਵਿੱਚ ਸਤਿਗੁਰੂ ਜੀ ਬਿਰਾਜਮਾਨ ਨੇ। ਇੱਕ ਤੰਬੂ ਸਤਿਗੁਰੂ ਜੀ ਦਾ ਆਪਣਾ, ਇੱਕ ਭਾਈ ਗੁਰਦਾਸ ਸਾਹਿਬ ਜੀ ਦਾ ਤੇ ਤੀਜਾ ਸਥਾਨ ਜਿੱਥੇ ਗੁਰੂ ਸਾਹਿਬ ਜੀ ਬਾਣੀ ਲਿਖਵਾਉਂਦੇ। ਤੇ ਇੱਥੇ ਫਿਰ ਬਾਹਰ ਸਿੱਖਾਂ ਦਾ ਪਹਿਰਾ ਵੀ ਸੀ ਕਿ ਜਿਹੜੀਆਂ ਸਿੱਖ ਸੰਗਤਾਂ ਆਉਂਦੀਆਂ ਸੀ ਉਹ ਸ਼੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਦੀਆਂ। ਬਾਬਾ ਬੁੱਢਾ ਸਾਹਿਬ ਆਈਆਂ ਸੰਗਤਾਂ ਨੂੰ ਉਪਦੇਸ਼ ਦਿੰਦੇ ਸੀ, ਹੋਰਾਂ ਨੂੰ ਉੱਥੇ ਜਾਣ ਦੀ ਆਗਿਆ ਨਹੀਂ ਸੀ। ਜਦੋਂ ਸਤਿਗੁਰਾਂ ਨੇ ਬਾਣੀ ਸੰਪੂਰਨ ਕਰਾ ਦਿੱਤੀ ਫਿਰ ਇਹ ਸੁਨੇਹਾ ਭੇਜੇ ਕਿ ਗ੍ਰੰਥ ਜਿਹੜਾ ਅਸੀਂ ਲਿਖਵਾ ਰਹੇ ਸੀ ਉਹ ਸੰਪੂਰਨ ਹੋਇਆ। ਸਾਰੀਆਂ ਸੰਗਤਾਂ ਆ ਕੇ ਜਿਹੜੀਆਂ ਨੇ ਉਹ ਦਰਸ਼ਨ ਕਰ ਸਕਦੀਆਂ ਨੇ। ਨਰ ਨਾਰ ਆਨੰਦ ਬਿਲੰਦ ਕਰੇ। ਗੁਰ ਸਿੱਖਾਂ ਨੇ ਜਦੋਂ ਇਹ ਸੁਣਿਆ ਹੈ ਕਿ ਵੱਡਾ ਕਾਰਜ ਸਤਿਗੁਰਾਂ ਨੇ ਸਾਡੇ ਲਈ ਕੀਤਾ ਹੈ, ਵੱਡਾ ਜਹਾਜ਼ ਬਣਾਇਆ ਗ੍ਰੰਥ ਸਾਹਿਬ ਜੀ ਦਾ, ਸਾਰੇ ਸਿੱਖ ਸੁਣ ਕੇ ਬੜੇ ਪ੍ਰਸੰਨ ਹੋਏ ਹਨ। ਸਰ ਰਾਮ ਜਹਾਂ ਤਹਿ ਆਨ ਥਿਰੇ। ਜਿੱਥੇ ਰਾਮਸਰ ਸਾਹਿਬ ਵਾਲਾ ਸਥਾਨ ਹੈ ਅੱਜ ਕੱਲ੍ਹ ਗੁਰਦੁਆਰਾ ਸ਼ਹੀਦਗੰਜ ਸਾਹਿਬ ਜੀ ਦੇ ਨਾਲ ਜਿਹੜਾ ਸਰੋਵਰ ਹੈ ਉਹ ਸ਼੍ਰੀ ਰਾਮਸਰ ਸਾਹਿਬ ਵਾਲੇ ਸਥਾਨ ਦਾ ਸਰੋਵਰ ਹੈ। ਉੱਥੇ ਸੰਗਤਾਂ ਆ ਕਰਕੇ ਸਾਰੀਆਂ ਬੈਠੀਆਂ ਨੇ। ਲਗ ਦੁੰਦਬ ਬਾਜਨ ਫੀਰਨ ਸੋ। ਫਿਰ ਖੁਸ਼ੀਆਂ ਦੇ ਜਿਹੜੇ ਵਾਜੇ ਸਨ ਉਹ ਵਜਾਏ ਗਏ ਹਨ। ਬਟ ਹੋਤ ਕੁਲਾਹਨ ਭੀਰਨ ਸੋ। ਵਾਜੇ ਅਤੇ ਨਫੀਰੀਆਂ ਵੱਜੀਆਂ ਨੇ। ਬਹੁਤੀ ਸੰਗਤ ਦੀ ਭੀੜ ਹੋਈ ਹੈ ਤੇ ਭੀੜ ਹੋਣ ਦੇ ਨਾਲ ਬਹੁਤਾ ਰੋਲਾ ਵੀ ਉੱਥੇ ਹੋ ਰਿਹਾ ਹੈ। ਉਤਸ਼ਾਹਤ ਸੰਗਤ ਆਵਤ ਹੈ। ਬੜੇ ਉਤਸ਼ਾਹ ਦੇ ਨਾਲ ਬੜੇ ਚਾਵਾਂ ਦੇ ਨਾਲ ਸੰਗਤਾਂ ਉੱਥੇ ਪਹੁੰਚ ਰਹੀਆਂ ਹਨ। ਬਹੁ ਭਾਂਤ ਪ੍ਰਸਾਦਨ ਲਿਆਵਤ ਹੈ। ਤਰ੍ਹਾਂ ਤਰ੍ਹਾਂ ਦੇ ਪਕਵਾਨ ਪ੍ਰਸ਼ਾਦ ਸੰਗਤਾਂ ਲੈ ਕੇ ਉੱਥੇ ਆਉਂਦੀਆਂ ਨੇ। ਸੰਗਤ ਜੀ ਹੁਣ ਵੀ ਇਸੇ ਤਰ੍ਹਾਂ ਜਦੋਂ ਸਾਲਾਨਾ ਇਹ ਸਮਾਗਮ ਆਉਂਦਾ ਹੈ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀਆਂ ਸੰਗਤਾਂ ਸਾਰੀਆਂ ਇਕੱਤਰ ਹੋ ਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਉਹ ਦਿਹਾੜੇ ਮਨਾਉਂਦੀਆਂ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪ ਸੰਗਤਾਂ ਨੇ ਦਰਸ਼ਨ ਕਰਨੇ ਨੇ ਤੇ ਜਿਹੜੀ ਇਤਿਹਾਸ ਦੀ ਕਥਾ ਉਹ ਵੀ ਫਿਰ ਉਹਨਾਂ ਅਸਥਾਨਾਂ 'ਤੇ ਹੁੰਦੀ ਆ ਉਹਨੇ ਦਿਨ। ਤੇ ਸੰਗਤਾਂ ਘਰਾਂ ਦੇ ਵਿੱਚੋਂ ਬੜੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾ ਕੇ ਲਿਆਉਂਦੀਆਂ ਨੇ ਸੰਗਤਾਂ ਵਾਸਤੇ। ਤੇ ਫਿਰ ਜਿਸ ਦਿਨ ਇਹ ਸਮਾਗਮ ਹੁੰਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ
ਉਸ ਦਿਨ ਅੰਮ੍ਰਿਤ ਵੇਲੇ ਉੱਥੋਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਪਾਲਕੀ ਚੱਲਦੀ ਹੈ ਰਾਮਸਰ ਸਾਹਿਬ ਵਾਲੇ ਅਸਥਾਨ ਤੋਂ, ਅਤੇ ਇੱਥੇ ਸ਼੍ਰੀ ਅਕਾਲ ਤਖਤ ਸਾਹਿਬ ਆ ਕੇ ਉਹ ਨਗਰ ਕੀਰਤਨ ਸੰਪੰਨ ਹੁੰਦਾ ਹੈ। ਸੁਰਵ ਵਿਚਾਰ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਪਕਵਾਨ ਪ੍ਰਸ਼ਾਦ ਲੈ ਕੇ ਰਾਮਸਰ ਸਾਹਿਬ ਵਾਲੇ ਅਸਥਾਨ ਤੇ ਆਈਆਂ ਨੇ। ਫਲ ਫੂਲਨ ਕੋ ਨਿਜ ਹਾਥ ਧਰੇ, ਬੜੇ ਸੁੰਦਰ ਫੁੱਲ ਅਤੇ ਸੁੰਦਰ ਜਿਹੜੇ ਫਲ ਸਨ ਆਪਣੇ ਹੱਥਾਂ ਵਿੱਚ ਲਿਆਂਦੇ ਹਨ। ਸ਼ੁਭ ਚੀਰ ਸਰੀਰ ਸਭੈ ਪਹਿਰੇ, ਸਾਰੇ ਸਿੱਖਾਂ ਨੇ ਬੜੇ ਸੁੰਦਰ ਬਸਤਰ ਜਿਹੜੇ ਸੀ ਆਪਣੇ ਤਨ ਤੇ ਪਾਏ ਹਨ। ਲਖ ਸ੍ਰੀ ਗੁਰ ਏਕਲ ਬੈਠ ਰਹੇ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਇਕੱਲੇ ਬਿਰਾਜਮਾਨ ਹਨ। ਤਬ ਆਏ ਕਲੀ ਇਮ ਬਾਕ ਕਹੈ, ਜਿੱਥੇ ਗੁਰੂ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਇਕਾਂਤ ਦੇ ਵਿੱਚ ਬਿਰਾਜਮਾਨ ਸਨ ਆਪਣੇ ਅਸਥਾਨ ਤੇ ਸਮਾਂ ਜਾਣ ਕੇ ਜਿਹੜਾ ਕਲਯੁਗ ਹੈ, ਕਿਉਂਕਿ ਸਾਰੇ ਯੁੱਗ ਜਿਹੜੇ ਨੇ ਉਹ ਬੀਤੇ ਨੇ, ਸਤਯੁਗ, ਤ੍ਰੇਤਾ, ਦੁਆਪਰ, ਤੇ ਜਿਹੜਾ ਕਲਯੁਗ ਸੀ ਉਹ ਵੀ ਹੁਣ ਹੈ ਤੇ ਅਕਾਲ ਪੁਰਖ ਦੀ ਆਗਿਆ ਵਿੱਚ, ਗੁਰੂ ਸਾਹਿਬ ਦੀ ਆਗਿਆ ਵਿੱਚ ਉਹ ਵੀ ਸਮਾਂ ਪਾ ਕੇ ਗੁਰੂ ਸਾਹਿਬ ਦੇ ਕੋਲ ਦਰਸ਼ਨ ਕਰਨ ਆਇਆ ਹੈ। ਕਰ ਕੀਰਤ ਕੋ ਕਰ ਜੋਰ ਰਹਿਓ, ਉਹਨੇ ਹੱਥ ਜੋੜ ਕੇ ਗੁਰੂ ਸਾਹਿਬ ਜੀ ਦੀ ਗੁਰ ਅਰਜੁਨ ਪ੍ਰਤਾਖਰੀ ਦੇ ਸਰੂਪ ਤੇ ਅਕਾਲ ਪੁਰਖ ਪਰਮਾਤਮਾ ਦਾ ਇਹ ਸੰਸਾਰ ਸਾਰਾ ਹੈ ਹੀ ਆਪਣਾ। ਆਪਾਂ ਪਿੱਛੇ ਸਰਵਣ ਵੀ ਕੀਤਾ ਹੈ ਕਿ ਆਕਾਸ਼ ਤੁਹਾਡਾ ਸੀਸ ਹੈ, ਦਿਸ਼ਾਵਾਂ ਕੰਨ ਨੇ, ਇਹ ਸਮੁੰਦਰ ਤੁਹਾਡੀ ਕੁੱਖ ਹੈ, ਚਰਨ ਪਤਾਲ ਤੁਹਾਡੇ ਚਰਨ ਹਨ, ਇਹ ਸਾਰੀ ਬਨਸਪਤੀ ਤੁਹਾਡੇ ਆਪਣੇ ਰੋਮ ਨੇ, ਹੈ ਤੇ ਤੁਹਾਡਾ ਸਾਰਾ ਆਪਣਾ ਹੀ ਸਰੀਰ, ਤੇ ਫਿਰ ਇਹਦੇ ਵਿੱਚ ਜਿਹੜੇ ਜੀਵ ਰਹਿ ਰਹੇ ਹਨ ਇਹ ਵੀ ਤੁਹਾਡੇ ਆਪਣੇ ਹੀ ਨੇ। ਤੇ ਫਿਰ ਜਿਹੜਾ ਕਲਯੁਗ ਸੀ ਉਹ ਹੈ ਤੇ ਅਕਾਲ ਪੁਰਖ ਦਾ ਬਣਾਇਆ ਹੋਇਆ ਹੀ, ਉਹ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਚੱਲ ਕੇ ਆਇਆ। ਬੜੇ ਤਰ੍ਹਾਂ ਦੀ ਉਹਨੇ ਗੁਰੂ ਸਾਹਿਬ ਦੀ ਆ ਕੇ ਉਸਤਤ ਕੀਤੀ ਹੈ। ਗੁਰ ਜੀ ਅਵਤਾਰ ਉਦਾਰ ਲਹਿਓ, ਕਹਿਣ ਲੱਗਾ ਕਿ ਮਹਾਰਾਜ ਆਪ ਜੀ ਨੇ ਸ਼੍ਰੇਸ਼ਟ ਅਵਤਾਰ ਧਾਰਿਆ ਹੈ। ਅਬ ਮੋਹੇ ਸਮੈ ਜਗ ਮੋ ਤਬਿਓ, ਮੇਰੇ ਸਮੇਂ ਦੇ ਵਿੱਚ ਆਪ ਜੀ ਨੇ ਅਬ ਮੋਹੇ ਸਮੂਹ ਜਗ ਮੋ ਵਰਤਿਓ, ਕਿ ਹੁਣ ਇਹ ਮੇਰਾ ਸਮਾਂ ਚੱਲ ਰਿਹਾ ਸੀ, ਕਲਯੁਗ ਦਾ ਸਮਾਂ ਹੈ, ਤੇ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ, ਬੜਾ ਸੁੰਦਰ ਅਵਤਾਰ ਲੈ ਕੇ ਆਪ ਜੀ ਮੇਰੇ ਸਮੇਂ ਆਏ ਹੋ। ਗਨ ਔਗਨ ਮਾਨਵ ਕੇ ਕਰਤਾਰਿਓ, ਇਹ ਜਿਹੜੇ ਮਨੁੱਖ ਹਨ ਬਹੁਤ ਜ਼ਿਆਦਾ ਇਹਨਾਂ ਵਿੱਚ ਔਗਣ ਨੇ। ਗਨ ਔਗਣ ਮਾਨਵ ਕੇ ਕਰਤਿਓ, ਇਹ ਜਿਹੜੇ ਕਲਯੁਗ ਦੇ ਮੇਰੇ ਸਮੇਂ ਦੇ ਵਿੱਚ ਜਿਹੜੇ ਜੀਵ ਰਹਿ ਰਹੇ ਨੇ ਨਾ, ਇਹ ਬੜੇ ਤਰ੍ਹਾਂ ਦੇ ਔਗਣਾਂ ਦੇ ਵਿੱਚ ਇਹ ਵਰਤ ਰਹੇ ਨੇ। ਕਈ ਤਰ੍ਹਾਂ ਦੇ ਔਗਣ ਇਹਨਾਂ ਦੇ ਵਿੱਚ ਹਨ। 60 ਕਰੂਰ ਕਲੂਖਨ ਪ੍ਰੀਤ ਮਹਾ, ਵੱਡੇ ਮੂਰਖਤਾ ਦੇ ਵਿੱਚ ਅਤੇ ਕਰੂਰਤਾ ਦੇ ਵਿੱਚ, ਨਿਰਦਈ ਪੁਣੇ ਦੇ ਵਿੱਚ ਇਹਨਾਂ ਦੀ ਬੜੀ ਪ੍ਰੀਤੀ ਹੈ। ਕਿਉਂਕਿ ਆਪਾਂ ਦੇਖਦੇ ਹੀ ਹਾਂ ਸਮਾਂ ਕਲਯੁਗ ਦਾ ਹੈ। 60 ਦਾ ਅਰਥ ਹੈ ਮੂਰਖ। ਵੱਡੇ ਵੱਡੇ ਮੂਰਖ ਜਿਹੜੇ ਨੇ ਉਹ ਉੱਚ ਅਧਿਕਾਰੀ ਵੀ ਬਣ ਜਾਂਦੇ ਨੇ, ਤੇ ਚੰਗੇ ਚੰਗੇ ਸਿਆਣੇ ਜਿਹੜੇ ਨੇ ਉਹ ਉਹਨਾਂ ਦੇ ਹੇਠਾਂ ਉਹਨਾਂ ਦੀ ਗੁਲਾਮੀ ਕਰਦੇ। ਇਹ ਕਲਯੁਗ ਦੀ ਨਿਸ਼ਾਨੀ ਹੈ, ਰਾਜ ਉਸ ਦਾ ਆਪਣਾ ਹੈ। ਤੇ ਇਸ ਲਈ ਜਿਹੜਾ ਵੱਡਾ ਮੂਰਖ ਹੈ, ਨਿਰਦਈ ਹੈ, ਪਾਪ ਕਰਨ ਵਾਲਾ ਹੈ, ਉਹਦੀ ਜੈ ਜੈਕਾਰ ਵੀ ਕਲਯੁਗ ਕਰਾਉਂਦਾ ਹੈ। ਪਰ ਹੋ ਸਕਦਾ ਕਿ ਇਸ ਸੰਸਾਰ ਦੇ ਅੰਦਰ ਥੋੜ੍ਹੇ ਸਮੇਂ ਵਾਸਤੇ ਉਹਦੀ ਜੈ ਜੈਕਾਰ ਹੈ, ਪਰ ਬਾਅਦ ਵਿੱਚ ਤਾਂ ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੈ ਜਜਮਾਲੇ। ਕਈ ਵਾਰੀ ਵੱਡੇ ਮੂਰਖ ਨੂੰ ਉੱਚੇ ਅਹੁਦੇ 'ਤੇ ਬੈਠਿਆਂ ਦੇਖ ਕੇ, ਹੁਕਮ ਚਲਾਉਂਦਿਆਂ ਦੇਖ ਕੇ, ਨਿਰਦਈਪੁਣਾ ਦੇਖ ਕੇ ਲੋਕ ਕਹਿੰਦੇ ਨੇ ਕਿ ਜੀ ਕਲਯੁਗ ਦੀ ਨਿਸ਼ਾਨੀ। ਇਹ ਤਾਂ ਸਾਰੇ ਹੀ ਕਹਿੰਦੇ ਨੇ ਕਿ ਕਲਯੁਗ ਦੇ ਸਮੇਂ ਅੰਦਰ ਕਿ ਝੂਠ ਦੀ ਜੈ ਜੈਕਾਰ ਹੋ ਰਹੀ ਹੈ, ਪਰ ਉਹ ਜੈ ਜੈਕਾਰ ਕੁਝ ਸਮੇਂ ਵਾਸਤੇ ਹੁੰਦੀ ਹੈ। ਕੂੜ ਨਿਖੁੱਟੈ ਨਾਨਕਾ, ਊੜਕ ਸੱਚ ਰਹੀ। ਅੰਤ ਨੂੰ ਜਿਹੜਾ ਸੱਚ ਹੈ ਉਹੀ ਜਿੱਤਦਾ ਹੈ। ਤੇ ਪਰਲੋਕ ਵਿੱਚ ਵੀ ਜਿਹੜੀ ਜੈ ਜੈਕਾਰ ਹੈ, ਮੁੱਖ ਉਜਲੇ ਜਿਹੜੇ ਨੇ ਉਹਨਾਂ ਦੇ ਹੁੰਦੇ ਨੇ ਜਿਨ੍ਹਾਂ ਨੇ ਨਾਮ ਜਪਿਆ ਹੈ, ਜਿਨ੍ਹਾਂ ਨੇ ਸੱਚ ਦੇ ਉੱਤੇ ਪਹਿਰਾ ਦਿੱਤਾ ਹੈ। ਸੱਚ ਦੀ ਗੱਲਾਂ ਕਰਨ ਵਾਲੇ ਉਹ ਬਹੁਤ ਦਿਸ ਜਾਣਗੇ, ਪਰ ਸੱਚ ਦੇ ਉੱਤੇ ਪਹਿਰਾ ਦੇਣ ਵਾਲੇ ਉਹ ਚੰਦ ਕੀ ਹਨ। ਪਰ ਇੱਥੇ ਉਹ ਕਲਯੁਗ ਕਹਿੰਦਾ ਹੈ ਕਿ ਇਸ ਮੇਰੇ ਸਮੇਂ ਅੰਦਰ 60 ਮੂਰਖਤਾ, ਕਰੂਰ ਨਾਮ ਨਿਰਦਈ ਪੁਣੇ ਦਾ, ਕਲੂਖਨ ਨਾਮ ਹੈ ਪਾਪ ਦਾ। ਇਹਨਾਂ ਕੁਕਰਮਾਂ ਦੇ ਵਿੱਚ ਲੋਕਾਂ ਦੀ ਬੜੀ ਪ੍ਰੀਤੀ ਹੈ। ਮੂਰਖ ਪੁਣਾ ਕਿਹਨੂੰ ਕਵਾਂਗੇ? ਮਨੁੱਖਾ ਜਨਮ ਮਿਲਿਆ, ਮਨੁੱਖਾ ਜਨਮ ਲੈ ਕੇ ਜੇ ਦਇਆ ਨਾ ਕੀਤੀ, ਭਲਾ ਨਾ ਕੀਤਾ, ਨਾਮ ਨਹੀਂ ਜਪਿਆ, ਬੰਦਗੀ ਕੀਤੀ ਨਾ, ਸੇਵਾ ਕੀਤੀ ਨਾ, ਸਾਰਾ ਸਮਾਂ ਅਜਾਈ ਹੀ ਬਤੀਤ ਕਰ ਦਿੱਤਾ ਕਿ ਕੇਵਲ ਸਾਡਾ ਇਹੋ ਹੀ ਮਕਸਦ ਸੀ, ਇਸੇ ਵਾਸਤੇ ਅਸੀਂ ਆਏ ਸਾਂ। ਬੰਦਾ ਕਹਿੰਦਾ ਬਹੁਤ ਸਿਆਣਾ, ਪਰ ਗੁਰੂ ਸਾਹਿਬ ਕਹਿੰਦੇ ਨੇ ਮਰ ਨਾ ਜਾਹੀ ਜਿਨਾ ਬਿਸਰਤ ਰਾਮ, ਨਾਮ ਬਿਹੋਨ ਜੀਵਨ ਕੌਣ ਕਾ। ਇਹਦੇ ਨਾਲੋਂ ਚੰਗਾ ਤੇ ਮੌਤ ਚੰਗੀ ਕਿ ਰਾਮ ਨੂੰ, ਨਾਮ ਨੂੰ ਹੀ ਭੁਲਾ ਦਿੱਤਾ। ਤੇ ਆਤਮ ਘਾਤੀ ਹੈ ਵਾਹਿਗੁਰੂ। ਜਿਹੜੇ ਨਾਮ ਨੂੰ ਭੁਲਾਉਣ ਵਾਲੇ ਉਹ ਵੀ ਵੱਡੇ ਹਥਿਆਰੇ।
ਕਿਉਂਕਿ ਆਤਮਾ ਕਰਕੇ ਮਰੇ ਹੋਏ ਨੇ। ਇਸ ਲਈ ਕਹਿਣ ਲੱਗਾ ਕਲਯੁਗ ਕਿ ਇਸ ਸਮੇਂ ਅੰਦਰ ਤੁਸੀਂ ਮੇਰੇ ਸਮੇਂ ਅੰਦਰ ਆਏ ਹੋ ਮਹਾਰਾਜ, ਤੁਸੀਂ ਅਵਤਾਰ ਧਾਰਿਆ ਆਪਣਾ ਸ਼੍ਰੇਸ਼ਟ। ਇਸ ਸਮੇਂ ਅੰਦਰ ਤਾਂ ਬਹੁਤ ਮੂਰਖਤਾ, ਨਰਦਈਪੁਣਾ, ਪਾਪਾਂ ਦੇ ਵਿੱਚ ਲੋਕਾਂ ਦੀ ਪ੍ਰੀਤੀ ਹੈ, ਪ੍ਰੇਮ ਹੈ। ਸਭ ਮਾਰਗ ਤਿਆਗ ਜਹਾਂ ਰੋ ਕਹਾਂ। ਜਿੱਥੇ ਕਿਤੇ ਵੀ ਲੋਕਾਂ ਨੇ ਚੰਗਾ ਜਿਹੜਾ ਸ਼੍ਰੇਸ਼ਟ ਮਾਰਗ ਹੈ ਉਹ ਤਿਆਗ ਦਿੱਤਾ ਹੈ। ਚੰਗਾ ਮਾਰਗ ਕਿਹੜਾ ਹੈ? ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ। ਇਹ ਮਾਰਗ ਜਿਹੜਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਦੱਸਿਆ ਸੀ, ਭੂਲੇ ਮਾਰਗ ਜਿਨਹਿ ਬਤਾਇਆ ਐਸਾ ਗੁਰ ਵੱਡ ਭਾਗੀ ਪਾਇਆ। ਪਰ ਉਹ ਵੀ ਵੱਡਿਆਂ ਭਾਗਾਂ ਵਾਲੇ ਜਿਹੜੇ ਗੁਰੂ ਸਾਹਿਬ ਦੇ ਦੱਸੇ ਹੋਏ ਚੰਗੇ ਮਾਰਗ ਤੇ ਤੁਰਦੇ, ਜਿਹੜੇ ਹੱਕ ਹਲਾਲ ਦੀ ਕਮਾਈ ਕਰਦੇ ਨੇ, ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਦਸਵਾਂ ਹਿੱਸਾ ਕੱਢ ਕੇ ਉਹ ਫਿਰ ਧਰਮ ਦੇ ਨਾਂ ਦੇ ਉੱਤੇ ਉਹਦੀ ਵਰਤੋਂ ਕਰਦੇ ਹਨ ਕਿ ਇਹ ਸਾਨੂੰ ਗੁਰੂ ਸਾਹਿਬ ਦਾ ਹੁਕਮ ਹੈ ਕਿ ਅਸੀਂ ਉੱਥੇ ਧਨ ਵਰਤਣਾ। ਫਿਰ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ, ਆਪਣੇ ਸਵਾਸਾਂ ਦੀ ਸੰਭਾਲ ਕਰਨੀ, ਸਮਾਂ ਮਿਲੇ ਤੇ ਜ਼ਰੂਰ ਸੇਵਾ ਵੀ ਕਰਕੇ ਸਰੀਰ ਨੂੰ ਲੇਖੇ ਵਿੱਚ ਲਾਉਣਾ। ਇਸ ਮਾਰਗ ਦੇ ਉੱਤੇ ਤਾਂ ਕੋਈ ਵਿਰਲੇ ਚੰਦ ਕੀ ਤੁਰਦੇ ਨੇ, ਸੰਗਤ ਕਰਨ ਵਾਲੇ ਕਿੰਨੇ ਕੁ ਦਿਸਦੇ ਨੇ, ਬਹੁਤ ਘੱਟ ਹਨ। ਪਰ ਜੇ ਕਿਤੇ ਕੋਈ ਮਾੜਾ ਕੰਮ ਹੋ ਰਿਹਾ ਹੋਵੇ ਤੇ ਉੱਥੇ ਲੋਕਾਂ ਦਾ ਬਹੁਤ ਵੱਡਾ ਇਕੱਠ ਵੀ ਦੇਖਣ ਨੂੰ ਮਿਲਦਾ ਹੈ। ਇਸ ਲਈ ਕਲਯੁਗ ਕਹਿੰਦਾ ਮਹਾਰਾਜ ਇਹ ਮੇਰਾ ਸਮਾਂ ਹੈ ਤੇ ਮੇਰੇ ਸਮੇਂ ਅੰਦਰ ਤਾਂ ਝੂਠ ਦੇ ਨਾਲ, ਨਿਰਦਈ ਪੁਣੇ ਵਿੱਚ, ਪਾਪਾਂ ਦੇ ਵਿੱਚ ਲੋਕਾਂ ਦੀ ਪ੍ਰੀਤੀ ਹੈ। ਸ਼ੁਭ ਮਾਰਗ ਤਿਆਗ ਜਹਾਂ ਰੋ ਕਹਾਂ। ਜਿੱਥੇ ਕਿਤੇ ਦੇਖ ਲਓ ਲੋਕਾਂ ਨੇ ਜਿਹੜਾ ਚੰਗਾ ਸ਼੍ਰੇਸ਼ਟ ਮਾਰਗ ਤੇ ਨਾਮ ਜਪ ਕੇ ਇਸ ਭਵ ਸਾਗਰ ਤੋਂ ਪਾਰ ਹੋਣਾ ਤੇ ਸੰਗਤ ਕਰਨੀ, ਸੇਵਾ ਕਰਨੀ। ਜੇ ਆਪਾਂ ਕਿਰਤ ਵੀ ਕਰ ਰਹੇ ਹਾਂ ਤੇ ਉੱਥੇ ਬੈਠ ਕੇ ਵੀ ਦੇਖਣਾ ਕਿ ਜਿਹੜਾ ਕੰਮ ਕਰ ਰਹੇ ਹਾਂ ਇਹ ਕਰਨ ਨੂੰ ਸਾਨੂੰ ਧਰਮ ਇਜਾਜ਼ਤ ਦਿੰਦਾ ਹੈ ਕਿ ਨਹੀਂ ਦਿੰਦਾ। ਜੇ ਕੋ ਆਪਾਂ ਰੀਤੀ ਕਰਨ ਲੱਗੇ ਹਾਂ, ਰੀਤੀ ਰਿਵਾਜ ਭਾਵੇਂ ਦੁਨਿਆਵੀ ਲੋਕਾਂ ਦੇ ਬਣਾਏ ਨੇ, ਪਰ ਉਹ ਕਰਨ ਲੱਗਿਆਂ ਵੀ ਦੇਖਣਾ ਕਿ ਸਾਨੂੰ ਗੁਰੂ ਸਾਹਿਬ ਜੀ ਇਜਾਜ਼ਤ ਹੈ ਕਿ ਨਹੀਂ। ਜੇ ਦੇਖੀਏ ਕਿ ਕਿਤੇ ਲੋਕ ਨਾ ਨਾਰਾਜ਼ ਹੋ ਜਾਣ ਤੇ ਸਤਿਗੁਰਾਂ ਦਾ ਤਾਂ ਉਪਦੇਸ਼ ਹੈ, ਜਾਲੂ ਐਸੀ ਰੀਤ ਜਿਤ ਮੈਂ ਪਿਆਰਾ ਵੀਸਰੈ, ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਾਤਰ ਹੈ। ਇਸ ਲਈ ਕਲਯੁਗ ਕਹਿੰਦਾ ਸਤਿਗੁਰੂ ਲੋਕਾਂ ਨੇ ਚੰਗੇ ਜਿਹੜੇ ਮਾਰਗ ਸਨ ਭਗਤੀ ਕਰਨ ਦੇ, ਨਾਮ ਜਪਣ ਦੇ, ਇਹ ਜਿਹੜੇ ਨੇ ਜਿੱਥੇ ਕਿਤੇ ਲੋਕਾਂ ਨੇ ਤਿਆਗ ਦਿੱਤੇ ਹਨ। ਤੁਮ ਗ੍ਰੰਥ ਰਚਿਓ ਗੁਣ ਪੂਰਨ ਹੈ। ਸਤਿਗੁਰੂ ਜੀ ਤੁਸੀਂ ਗ੍ਰੰਥ ਸਾਹਿਬ ਦੀ ਬੀੜ ਲਖਵਾਈ ਹੈ ਤੇ ਇਹ ਬੀੜ ਆਪ ਜੀ ਨੇ ਸੰਪੂਰਨ ਕੀਤੀ ਹੈ। ਔਰ ਬ੍ਰਿੰਦ ਬਿਕਾਰਨ ਚੂਰਨ ਹੈ। ਤੇ ਇਹ ਜਿਹੜੀ ਬੀੜ ਦੀ ਬਾਣੀ ਹੈ ਨਾ ਗ੍ਰੰਥ ਸਾਹਿਬ ਜੀ ਦੀ, ਇਹ ਹਿਰਦੇ ਦੇ ਵਿਕਾਰਾਂ ਨੂੰ ਚੂਰਨ ਨਾਮ ਹੁੰਦਾ, ਨਾਸ਼ ਕਰਨ ਵਾਲੀ। ਵੱਡੇ ਵੱਡੇ ਵਿਕਾਰ ਜਿਹੜੇ ਨੇ, ਕਿਉਂਕਿ ਹੁਣ ਬੰਦੇ ਦੇ ਸਰੀਰ ਦੇ ਉੱਤੇ ਕੋਈ ਰੋਗ ਉਤਪੰਨ ਹੋਵੇ, ਰੋਗ ਆਵੇ ਤੇ ਬੰਦਾ ਚਾਹੁੰਦਾ ਹੈ ਕਿ ਚੰਗਾ ਡਾਕਟਰ ਦੇਖਾਂ ਤੇ ਉਹਦਾ ਇਲਾਜ ਕਰਾਵਾਂ, ਤੇ ਫਿਰ ਉਹ ਡਾਕਟਰ ਉਹਨਾਂ ਚਿਰ ਬੰਦਾ ਉਹਦੀ ਭਾਲ ਕਰਦਾ ਜਿੰਨਾ ਚਿਰ ਬੰਦੇ ਦਾ ਰੋਗ ਨਾ ਦੂਰ ਹੋ ਜਾਵੇ। ਪਰ ਜਿਹੜੇ ਹੁਣ ਅੰਦਰ ਦੇ ਵਿਕਾਰ ਸਨ, ਇਹ ਸਭ ਤੋਂ ਵੱਡਾ ਰੋਗ ਹੈ। ਇਹ ਰੋਗਾਂ ਨੂੰ ਨਾਸ਼ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਔਸ਼ਧੀ ਹੈ। ਇਸ ਲਈ ਕਲਯੁਗ ਕਹਿੰਦਾ ਮਹਾਰਾਜ ਇਹ ਸੰਸਾਰ ਵਿੱਚ ਜਿੱਥੇ ਕਿਤੇ ਲੋਕਾਂ ਨੇ ਚੰਗੇ ਮਾਰਗ ਤਿਆਗ ਦਿੱਤੇ, ਚੰਗੇ ਰਸਤੇ ਛੱਡ ਦਿੱਤੇ, ਇਹ ਦੇਖਣ ਨੂੰ ਤਾਂ ਮਿਲਦਾ ਹੀ ਹੈ ਨਾ। ਤੇ ਫਿਰ ਇਹ ਜਿਹੜੀ ਤੁਸੀਂ ਗ੍ਰੰਥ ਸਾਹਿਬ ਦੀ ਬੀੜ ਰਚੀ ਹੈ ਇਹ ਵਿਕਾਰਾਂ ਨੂੰ ਨਾਸ਼ ਕਰਨ ਵਾਲੀ ਹੈ। ਜਗ ਮੈਂ ਮਗ ਸ਼੍ਰੀ ਦਿਖਾਵਨ ਕੋ। ਇਹ ਜਿਹੜੀ ਬਾਣੀ ਹੈ ਜਗਤ ਦੇ ਲੋਕਾਂ ਨੂੰ, ਸੰਸਾਰ ਦੇ ਲੋਕਾਂ ਨੂੰ ਚੰਗਾ ਮਾਰਗ ਦਿਖਾਉਣ ਵਾਲੀ, ਚੰਗਾ ਮਾਰਗ ਭਗਤੀ ਦਾ, ਸਿਮਰਨ ਦਾ, ਨਾਮ ਜਪਣ ਦਾ, ਬੰਦਗੀ ਕਰਨ ਦਾ, ਇਹ ਸਾਨੂੰ ਬਾਣੀ ਮਾਰਗ ਰਸਤਾ ਦੱਸਦੀ ਹੈ। ਸਤਨਾਮ ਮੁਕੰਦ ਜਪਾਵਨ ਕੋ। ਸਤਨਾਮ ਦਾ ਜਾਪ ਜਪਾਉਣ ਵਾਲੀ ਇਹ ਬਾਣੀ ਹੈ। ਤੇ ਫਿਰ ਜਿਹੜੇ ਸਤਨਾਮ ਦਾ ਜਾਪ ਜਪਦੇ ਨੇ ਉਹ ਮੁਕੰਦ ਮੁਕਤ ਹੁੰਦੇ। ਇਸੇ ਲਈ ਸਤਿਗੁਰਾਂ ਨੇ ਸਾਨੂੰ ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਹੈ। ਸਾਧ ਸੰਗਤ ਤਰ ਜਾਹੇਗਾ, ਜੇ ਸੰਗਤ ਕਰੇਗਾ, ਨਾਮ ਜਪੇਗਾ, ਫੇਰ ਹੀ ਸੰਸਾਰ ਸਾਗਰ ਤੋਂ ਤਰੇਗਾ, ਮੁਕਤ ਹੋਵੇਗਾ। ਇਹ ਜਿਹੜੀ ਤੁਹਾਡੀ ਬਾਣੀ ਹੈ ਸੰਗਤ ਦੇ ਵਿੱਚ ਜੋੜ ਕੇ ਸਤਨਾਮ ਦਾ ਜਾਪ ਜਪਾ ਕੇ ਮੁਕਤ ਕਰਨ ਵਾਲੀ ਹੈ। ਸਤ ਸੰਗਤ ਕੋ ਵਿਸਤਾਰ ਮਹਾ। ਸੰਗਤ ਦਾ ਜਿਹੜਾ ਹੈ ਸਤ ਸੰਗਤ ਦਾ ਵੱਡਾ ਵਿਸਥਾਰ ਕੀਤਾ ਹੈ। ਇਸ ਬਾਣੀ ਦੇ ਅੰਦਰ ਤੁਸੀਂ ਸੰਗਤ ਕਰਨ ਦਾ ਉਪਦੇਸ਼ ਦਿੱਤਾ ਹੈ। ਪਸਰੈ ਗੁਰ ਸਿੱਖ ਜਹਾਂ ਰੋ ਕਹਾਂ। ਜਿੱਥੇ ਕਿਤੇ ਜਿਹੜੇ ਸਿੱਖ ਹਨ ਉਹਨਾਂ ਦਾ ਵਾਸਾ ਹੋਵੇਗਾ। ਅਬ ਮੈਂ ਸਥਾਨ ਬਤਾਏ ਦਿਜੈ। ਤੇ ਉਥੇ ਬਾਣੀ ਦਾ ਜਾਪ ਹੋਵੇਗਾ, ਕਿਉਂਕਿ ਸਾਰੀ ਦੁਨੀਆ ਵਿੱਚ ਹੀ ਤੁਹਾਡੇ ਸਿੱਖ ਵਸਦੇ ਨੇ। ਆਉਣ ਵਾਲੇ ਸਮੇਂ ਵਿੱਚ ਹੋਰ ਸਿੱਖੀ ਦਾ ਵਿਸਥਾਰ ਹੋਵੇਗਾ। ਜਿਉਂ-ਜਿਉਂ ਦੁਨੀਆ ਵਿੱਚ ਸਿੱਖਾਂ ਦੇ ਵਿੱਚ ਵਾਧਾ ਹੋਵੇਗਾ ਤਿਉਂ-ਤਿਉਂ ਸੰਗਤ ਦੇ ਵਿੱਚ ਵੀ ਵਾਧਾ ਹੋਵੇਗਾ। ਅੱਜ ਦੇਸ਼ਾਂ ਤੋਂ ਵਿਦੇਸ਼ਾਂ ਵਿੱਚ ਜਾ ਕੇ ਦੇਖਣ ਨੂੰ ਸਮਾਂ ਮਿਲਦਾ ਹੈ ਤੇ ਕਈ ਵਾਰੀ ਮਨ ਪ੍ਰਸੰਨ ਵੀ ਹੁੰਦਾ ਹੈ ਕਿ ਬਹੁਤ ਵੱਡੀ ਤਾਦਾਦ ਵਿੱਚ ਸੰਗਤਾਂ ਦਾ ਇਕੱਠ ਦੇਖੀਦਾ। ਸਾਰਾ ਦਿਨ ਦੀਵਾਨ ਚੱਲਦੇ ਦੇਖੀਦੇ ਨੇ।
ਇਹ ਕਲਯੁਗ ਕਹਿਣ ਲੱਗਾ, ਕਹਿੰਦਾ ਮਹਾਰਾਜ ਆਉਣ ਵਾਲੇ ਸਮੇਂ ਵਿੱਚ ਸਿੱਖੀ 'ਚ ਵਿਸਥਾਰ ਹੋਵੇਗਾ ਤੇ ਤੁਹਾਡੇ ਸਿੱਖ ਜਿੱਥੇ ਹੋਣਗੇ ਉਹ ਸੰਗਤ ਕਰਿਆ ਕਰਨਗੇ, ਸਤ ਸੰਗਤ ਦੇ ਵਿੱਚ ਵਾਧਾ ਹੋਵੇਗਾ। ਸਤਿਗੁਰੂ ਕਿਰਪਾ ਕਰਕੇ ਮੈਨੂੰ ਦੱਸੋ ਕਿ ਮੇਰਾ ਥਾਂ ਕਿੱਥੇ ਹੈ, ਮੈਂ ਕਿੱਥੇ ਰਹਿ ਸਕਦਾ, ਕਿਉਂਕਿ ਤੁਸੀਂ ਮੇਰੇ ਸਮੇਂ ਦੇ ਵਿੱਚ ਆਏ ਹੋਏ ਅਵਤਾਰ ਹੋ ਤੇ ਜੇ ਇਸ ਸਮੇਂ ਦੇ ਵਿੱਚ ਕੋਈ ਅਵਸਰ ਆਵੇ ਤੇ ਫਿਰ ਚੱਲਦੀ ਤਾਂ ਉਹਦੀ ਹੈ। ਇਸ ਲਈ ਹੁਣ ਮੈਨੂੰ ਕਿਰਪਾ ਕਰਕੇ ਤੁਸੀਂ ਹੁਕਮ ਦੇਵੋ ਕਿ ਮੈਂ ਕਿੱਥੇ ਨਿਵਾਸ ਰੱਖ ਸਕਦਾ ਹਾਂ। ਜਹ ਬਾਸ ਕਰੋ ਤੁਮ ਮੇਲ ਲਿਜੇ। ਸਤਿਗੁਰੂ ਜੀ ਮੈਨੂੰ ਕਿਰਪਾ ਕਰਕੇ ਉੱਥੇ ਵਾਸਾ ਦਿਓ ਜਿੱਥੇ ਮੈਨੂੰ ਵੀ ਤੁਹਾਡੇ ਸੰਗਤ ਦੇ ਤੁਹਾਡੇ ਦਰਸ਼ਨ ਹੋ ਸਕਣ। ਠੀਕ ਹੈ, ਜਿੱਥੇ ਕਿਤੇ ਆਪਾਂ ਕੋਈ ਮਾੜੀ ਗੱਲ ਦੇਖਦੇ ਹਾਂ ਤੇ ਕਹਿੰਦੇ ਹਾਂ ਕਿ ਇੱਥੇ ਕਲਯੁਗ ਦਾ ਵਾਸਾ ਹੈ, ਪਰ ਜਿੱਥੇ ਸੰਗਤ ਹੋ ਰਹੀ ਹੁੰਦੀ ਹੈ ਉੱਥੇ ਤਾਂ ਨਹੀਂ ਕੋਈ ਕਹਿੰਦਾ ਕਿ ਕਲਯੁਗ ਵਸ ਰਿਹਾ। ਪਰ ਕਹਿਣ ਲੱਗਾ ਸਤਿਗੁਰੂ ਮੈਂ ਵੀ ਤੁਹਾਡੇ ਸਮੇਂ ਦੇ ਵਿੱਚ ਇੱਥੇ ਰਹਿ ਰਿਹਾ, ਤੁਸੀਂ ਵੱਡੇ ਅਵਤਾਰ ਹੋ, ਇੱਥੇ ਇੰਨੇ ਮਨੁੱਖਾਂ ਦਾ ਤੁਸੀਂ ਉਧਾਰ ਕਰ ਰਹੇ ਹੋ ਬਾਣੀ ਰਾਹੀਂ, ਮੇਰੇ ਤੇ ਵੀ ਕਿਰਪਾ ਕਰੋ, ਮੈਨੂੰ ਵੀ ਦੱਸੋ ਕਿ ਮੈਂ ਕਦੋਂ ਸੰਗਤ 'ਚ ਆ ਸਕਦਾ, ਕਿ ਮੇਰਾ ਵੀ ਕਿਸੇ ਨਾ ਕਿਸੇ ਤਰੀਕੇ ਭਲਾ ਹੋ ਜਾਵੇ। ਹੁਣ ਕਿਰਪਾ ਕਰਕੇ ਮੈਨੂੰ ਦੱਸੋ ਕਿ ਮੈਂ ਕਿਸ ਤਰ੍ਹਾਂ ਸੰਗਤ ਵਿੱਚ ਆ ਸਕਦਾ ਹਾਂ। ਬਿਨ ਆਏ ਸਰਾਵਰ ਕੀ ਕਰਬੇ। ਕਿਉਂਕਿ ਤੁਹਾਡੀ ਆਗਿਆ ਤੋਂ ਬਿਨਾਂ ਜਿੰਨਾ ਚਿਰ ਤੁਸੀਂ ਮੈਨੂੰ ਹੁਕਮ ਨਹੀਂ ਕਰਦੇ, ਸੰਗਤ ਵਿੱਚ ਤਾਂ ਤੁਹਾਡਾ ਆਪਣਾ ਵਾਸਾ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਜਿੱਥੇ ਹਰੀ ਦਾ ਵਾਸਾ ਹੈ, ਜਿੱਥੇ ਤੁਹਾਡਾ ਵਾਸਾ ਹੈ, ਉੱਥੇ ਮੈਂ ਕਿਸ ਤਰ੍ਹਾਂ ਆ ਸਕਦਾ ਤੁਹਾਡੇ ਹੁਕਮ ਤੋਂ ਬਿਨਾਂ। ਬਲ ਨਾ ਮੁਝ ਪਾਏ ਕਹੂੰ ਤਰਬੇ। ਮੇਰੇ ਵਿੱਚ ਬਲ ਨਹੀਂ ਹੈ, ਮੇਰੇ ਵਿੱਚ ਤਾਕਤ ਨਹੀਂ ਹੈ, ਤੇ ਮਹਾਰਾਜ ਕਿਰਪਾ ਕਰਕੇ ਮੈਨੂੰ ਆਗਿਆ ਦਵੋ। ਇਸ ਕਾਰਨ ਤੁਮ ਪਾਸ ਆਇਓ। ਇਸ ਕਾਰਨ ਕਰਕੇ ਮੈਂ ਤੁਹਾਡੇ ਕੋਲ ਆਇਆ, ਚੱਲ ਕੇ ਤੁਹਾਡੇ ਪਾਸ ਆਇਆ ਤੁਹਾਡੀ ਆਗਿਆ ਲੈਣ ਵਾਸਤੇ। ਹਿਤ ਬਾਸਬ ਕੋ ਬਿਨਤੀ ਸੋ ਕੀਓ। ਮਹਾਰਾਜ ਤੁਹਾਡੇ ਚਰਨਾਂ ਵਿੱਚ ਮੈਂ ਵੀ ਆਪਣਾ ਨਿਵਾਸ ਰੱਖਣਾ ਚਾਹੁੰਦਾ, ਮੈਂ ਵੀ ਸੰਗਤ ਵਿੱਚ ਆ ਕੇ ਦਰਸ਼ਨ ਕਰਨੇ ਚਾਹੁੰਦਾ ਹਾਂ, ਇਹ ਆਗਿਆ ਮੈਨੂੰ ਦਵੋ। ਜਹ ਗ੍ਰੰਥ ਸੋ ਪਾਠ ਕਰੈ ਤੁਨ ਕੋ। ਸਤਿਗੁਰੂ ਜੀ ਕਹਿਣ ਲੱਗੇ ਕਿ ਸੁਣ, ਜਹ ਗ੍ਰੰਥ ਸੋ ਪਾਠ ਕਰੈ ਧੁਨ ਕੋ। ਇਹ ਕਹਿੰਦਾ ਹੈ ਪਹਿਲਾਂ ਕਲਯੁਗ ਕਹਿਣ ਲੱਗਾ ਮਹਾਰਾਜ ਜਿੱਥੇ ਤੁਹਾਡੇ ਸਿੱਖ ਬਾਣੀ ਪੜ੍ਹਦੇ ਹਨ, ਜਿੱਥੇ ਬਾਣੀ ਦੀ ਧੁਨੀ ਮੈਨੂੰ ਸੁਣਦੀ ਹੈ, ਬਲਹੀਨ ਬਨੋ ਤਬ ਹੀ ਸੁਨ ਕੋ। ਭਾਵੇਂ ਇਸ ਸਮੇਂ ਮੇਰਾ ਰਾਜ ਹੈ, ਪਰ ਜਿੱਥੇ ਤੁਹਾਡੇ ਸਿੱਖ ਬਾਣੀ ਪੜ੍ਹਦੇ ਨੇ ਤੇ ਬਾਣੀ ਦੀ ਧੁਨੀ ਸੁਣ ਕੇ ਮੈਂ ਬਲਹੀਨ ਹੋ ਜਾਂਦਾ, ਮੇਰੇ ਵਿੱਚ ਕੋਈ ਤਾਕਤ ਨਹੀਂ ਰਹਿੰਦੀ। ਇਹ ਤਾਂ ਵੱਡੇ ਵੱਡੇ ਜਿਹੜੇ ਜਮਾਂ ਦੇ ਦੂਤ ਨੇ ਉਹਦੇ ਤੋਂ ਵੱਡਾ ਕਿਹੜਾ ਤਾਕਤਵਰ ਹੈ, ਧਰਮ ਰਾਜੇ ਤੋਂ। ਪਰ ਧਰਮ ਰਾਜੇ ਨੇ ਵੀ ਆਪਣੇ ਦੂਤਾਂ ਨੂੰ ਆਖਿਆ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਣਾ ਹਉ ਅਣਾ ਤੂੰ ਅਣਹ ਛੁਟੈ ਨਿਕਟ ਨਾ ਜਾਈਓ ਦੂਤ। ਉਹ ਦੂਤਾਂ ਨੂੰ ਵੀ ਕਹਿੰਦਾ ਹੈ ਕਿ ਜਿੱਥੇ ਬਾਣੀ ਦੀ ਧੁਨੀ ਹੁੰਦੀ ਹੋਵੇ ਨਾ, ਬਾਣੀ ਪੜ੍ਹੀ ਜਾਂਦੀ ਹੋਵੇ ਤੇ ਉੱਥੇ ਕਿਤੇ ਤੁਸੀਂ ਨਾ ਜਾਇਓ, ਨਹੀਂ ਤਾਂ ਛੁੱਟੋਗੇ ਨਹੀਂ। ਇਸ ਲਈ ਕਲਯੁਗ ਵੀ ਕਹਿਣ ਲੱਗਾ ਮਹਾਰਾਜ ਜਿੱਥੇ ਤੁਹਾਡੇ ਸਿੱਖ ਬਾਣੀ ਪੜ੍ਹਦੇ ਨੇ, ਬਾਣੀ ਦੀ ਧੁਨੀ ਦੀ ਆਵਾਜ਼ ਆਉਂਦੀ, ਉੱਥੇ ਮੈਂ ਬਲਹੀਨ ਹੋ ਜਾਣਾ, ਮੇਰੀ ਕੋਈ ਤਾਕਤ ਨਹੀਂ ਰਹਿ ਜਾਂਦੀ। ਤੁਮ ਸੰਗਤ ਬੀਚ ਬਸੋਂ ਜਬ ਹੂੰ। ਤੇ ਮੈਨੂੰ ਮੈਂ ਵੀ ਸੰਗਤ ਦੇ ਵਿੱਚ ਆ ਕੇ ਦਰਸ਼ਨ ਚਾਹੁੰਦਾ ਹਾਂ। ਅਸ ਕਾਲ ਬਤਾਏ ਦਿਜੈ ਅਬ ਹੂੰ। ਕਿਰਪਾ ਕਰਕੇ ਮਹਾਰਾਜ ਮੈਨੂੰ ਉਹ ਸਮਾਂ ਦੱਸ ਦਿਓ ਕਿ ਮੈਂ ਸੰਗਤ ਵਿੱਚ ਕਦੋਂ ਆ ਕੇ ਦਰਸ਼ਨ ਕਰ ਸਕਦਾ ਹਾਂ। ਸਰਣੇ ਤੁਮ ਆਨ ਪਰਿਓ ਲਖਿਓ। ਹੁਣ ਸਤਿਗੁਰੂ ਜੀ ਮੈਂ ਤੁਹਾਡੀ ਸ਼ਰਨ ਵਿੱਚ ਆ ਕੇ ਪਿਆ ਹਾਂ। ਮਮ ਦੀਨ ਅਨਾਥ ਦਿਸ਼ਾ ਪਖਿਓ। ਮਹਾਰਾਜ ਮੈਂ ਦੀਨ ਤੇ ਅਨਾਥ ਵੱਲ ਤੱਕੋ ਤਾਂ ਸਹੀ, ਮੈਂ ਬਹੁਤ ਦੀਨ ਹੋ ਕਰਕੇ ਨਿਮਾਣਾ ਹੋ ਕੇ ਤੁਹਾਡੀ ਸ਼ਰਨ ਵਿੱਚ ਆਇਆ। ਇਹ ਕਲਯੁਗ ਗੁਰੂ ਅਰਜਨ ਦੇਵ ਸਾਹਿਬ ਨੂੰ ਬੇਨਤੀ ਕਰਦਾ। ਜਦੋਂ ਗੁਰੂ ਸਾਹਿਬ ਜੀ ਨੇ ਸ਼੍ਰੀ ਗ੍ਰੰਥ ਸਾਹਿਬ ਦੀ ਬੀੜ ਲਿਖਵਾ ਦਿੱਤੀ ਤੇ ਫਿਰ ਪਤਾ ਸੀ ਕਿ ਬਾਣੀ ਦਾ ਵਿਸਥਾਰ ਹੁਣ ਸੰਸਾਰ ਵਿੱਚ ਹੋਵੇਗਾ ਤੇ ਸਮਾਂ ਮੇਰਾ ਹੈ ਤੇ ਮੈਂ ਕਿਸ ਤਰ੍ਹਾਂ ਰਹਿ ਸਕਦਾ, ਮੈਂ ਬਾਲੀਨ ਹੋ ਜਾਵਾਂਗਾ ਤੇ ਮੈਂ ਵੀ ਸੰਗਤ ਵਿੱਚ ਕਿਸ ਤਰ੍ਹਾਂ ਦਰਸ਼ਨ ਕਰ ਸਕਦਾ, ਮੇਰਾ ਵੀ ਕਿਸ ਤਰ੍ਹਾਂ ਭਲਾ ਹੋਵੇ। ਇਹ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਹੈ। ਕਹਿਣ ਲੱਗਾ ਮਹਾਰਾਜ ਮੇਰੇ ਦੀਨ ਵੱਲ ਅਨਾਥ ਵੱਲ ਤੱਕੋ, ਮੇਰੇ ਵੱਲ ਦੇਖੋ ਤੇ ਮੈਨੂੰ ਹੁਕਮ ਕਰੋ। ਇਮ ਬਾਕ ਕਲੀ ਜਬ ਦੀਨ ਲਹੇ। ਜਦੋਂ ਕਲਯੁਗ ਨੇ ਦੀਨ ਹੋ ਕੇ ਨਿਮਾਣੇ ਹੋ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਹੈ, ਤਬ ਸ੍ਰੀ ਗੁਰ ਹੋਏ ਪ੍ਰਸੰਨ ਕਹੇ। ਸਤਿਗੁਰੂ ਜੀ ਫਿਰ ਪ੍ਰਸੰਨ ਹੋਏ ਨੇ। ਭਾਵੇਂ ਕੋਈ ਵੀ ਹੈ ਜੇ ਦੀਨ ਬਣ ਕੇ ਬੇਨਤੀ ਕਰਦਾ ਤੇ ਫਿਰ ਗੁਰੂ ਸਾਹਿਬ ਦੀ ਉਹਦੇ ਤੇ ਪ੍ਰਸੰਨਤਾ ਹੁੰਦੀ। ਇੰਜ ਕਹਿ ਲਓ ਕਿ ਜਿਸ ਤਰ੍ਹਾਂ ਕੋਈ ਬੱਚਾ ਪ੍ਰੇਮ ਦੇ ਨਾਲ ਮਾਂ-ਬਾਪ ਕੋਲੋਂ ਕੁਝ ਮੰਗੇ ਤੇ ਉਹਨਾਂ ਦੀ ਖੁਸ਼ੀ ਹੁੰਦੀ ਹੈ ਤੇ ਫਿਰ ਉਹ ਵਸਤੂ ਆਪਣੇ ਬੱਚੇ ਨੂੰ ਦੇ ਕੇ ਖੁਸ਼ ਵੀ ਹੁੰਦੇ। ਤੇ ਜੇ ਕੋਈ ਆ ਕਰਕੇ ਜਿੱਦ ਕੀਤੀ, ਕਿਸੇ ਨੇ ਹੰਕਾਰ ਦੇ ਵਿੱਚ ਆ ਕੇ ਕੁਝ ਕਰਨਾ ਚਾਹਿਆ ਤੇ ਫਿਰ ਗੁਰੂ ਸਾਹਿਬ ਜੀ ਨੇ 6ਵੇਂ ਜਾਮੇ ਵਿੱਚ ਸ਼ਸਤਰ ਵੀ ਚੁੱਕੇ, ਕੇਵਲ ਉਹਨਾਂ ਦੀ ਭਾਵਨਾ ਦੇਖ ਕੇ। ਅੱਜ ਕਲਯੁਗ ਨੇ ਦੀਨ ਹੋ ਕੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ 'ਚ। ਕਹਿਣ ਲੱਗਾ ਮੈਨੂੰ ਆਗਿਆ ਦਿਓ ਕਿ ਮੈਂ ਕਦੋਂ ਆ ਕੇ ਸੰਗਤ ਦੇ ਦਰਸ਼ਨ ਕਰ ਸਕਦਾ, ਸੰਗਤ ਵਿੱਚ ਤੁਹਾਡੇ ਦਰਸ਼ਨ ਕਿਸ ਤਰ੍ਹਾਂ ਹੋ ਸਕਦੇ ਨੇ।
ਤੇ ਫਿਰ ਗੁਰੂ ਸਾਹਿਬ ਜੀ ਨੇ ਇਹਨੂੰ ਦੀਨ ਹੋਇਆ ਜਾਣ ਕੇ ਮਹਾਰਾਜ ਇਹਦੇ ਤੇ ਪ੍ਰਸੰਨ ਹੋਏ ਹਨ। ਸਤਨਾਮ ਉਚਾਰਨ ਹੋਤ ਜਹਾਂ। ਸਤਿਗੁਰੂ ਜੀ ਕਹਿਣ ਲੱਗੇ ਜਿੱਥੇ ਸਤਨਾਮ ਦਾ ਜਾਪ ਹੋ ਰਿਹਾ ਹੋਵੇ, ਸਤਨਾਮ ਅਸੰਗਤ ਅੱਜ ਹੋ ਰਹੀ ਹੈ ਤੇ ਸੰਗਤ ਵਿੱਚ ਸਤਨਾਮ ਦਾ ਹੀ ਜਾਪ ਹੋ ਰਿਹਾ, ਕਿਉਂਕਿ ਸਤ ਕੌਣ ਹੈ? ਪਰਮੇਸ਼ਰ ਦਾ ਨਾਮ। ਤੇ ਆਪਾਂ ਕਥਾ ਦੇ ਵਿੱਚ ਵੀ, ਕੀਰਤਨ ਦੇ ਵਿੱਚ ਵੀ, ਬਾਣੀ ਦੇ ਵਿੱਚ ਵੀ ਇਹੋ ਹੀ ਸਰਵਣ ਕਰਦੇ ਹਾਂ ਕਿ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਸਤ ਹੈ, ਇਹਨੂੰ ਕਹਿੰਦੇ ਸਤਨਾਮ। ਮਹਾਰਾਜ ਕਹਿੰਦੇ ਜਿੱਥੇ ਸਤਨਾਮ ਦਾ ਜਾਪ ਹੋ ਰਿਹਾ ਹੋਵੇ ਸੰਗਤ ਵਿੱਚ, ਕਬ ਪਾਏ ਨ ਧਰੋਂ ਜਾਏ ਤਹਾਂ। ਹਾਂ, ਉੱਥੇ ਤੂੰ ਪੈਰ ਜਿਹੜਾ ਆਪਣਾ ਨਹੀਂ ਰੱਖਣਾ। ਜਬ ਆਏ ਕਰਾਹੋ ਸਭਾ ਤਰਿਓ। ਜਿੰਨਾ ਚਿਰ ਸੰਗਤ ਦੇ ਵਿੱਚ ਸੰਗਤ ਹੋ ਰਹੀ ਹੋਵੇ, ਕੀਰਤਨ ਕਥਾ ਗੁਰਬਾਣੀ ਦਾ ਨਾਮ ਦਾ ਪ੍ਰਵਾਹ ਚੱਲ ਰਿਹਾ, ਉਹਨਾਂ ਚਿਰ ਮਹਾਰਾਜ ਕਹਿੰਦੇ ਤੂੰ ਨਹੀਂ ਆਉਣਾ। ਕਦੋਂ ਆਵੀਂ? ਜਬ ਆਏ ਕਰਾਹੋ ਸਭਾ ਧਰੀਏ, ਜਦੋਂ ਸੰਗਤ ਵਿੱਚ ਪ੍ਰਸ਼ਾਦ ਲਿਆ ਕੇ ਰੱਖ ਦਈਏ। ਅਰਦਾਸ ਖਰੇ ਹੋਏ ਕੈ ਕਰੀਏ। ਜਦੋਂ ਖਲੋ ਕਰਕੇ ਅਰਦਾਸ ਕੀਤੀ ਜਾਵੇ। ਬਰਤਾਵਨ ਲਾਗ ਸੋ ਆਪਸ ਮੈਂ। ਪ੍ਰਸ਼ਾਦ ਜਦੋਂ ਕੜਾ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਲੱਗੀਏ। ਜੋ ਤਰੌਰ ਪਰਵੇਸ਼ ਹੋਤਾਏ ਸਮੈ। ਜਦੋਂ ਸੰਗਤ ਵੱਡੇ ਇਕੱਠ ਵਿੱਚ ਪ੍ਰਸ਼ਾਦ ਲੈਣ ਲੱਗਦੀ ਹੈ ਤੇ ਫਿਰ ਅਖੀਰਲੇ ਸਮੇਂ ਬਹੁਤ ਰੌਲਾ ਦੇਖੀਦਾ ਹੈ। ਬਸ ਕਹਿੰਦੇ ਨੇ ਰੌਲੇ ਦੇ ਸਮੇਂ ਤੈਨੂੰ ਆਉਣ ਦੀ ਆਗਿਆ ਹੈ, ਉਸ ਸਮੇਂ ਤੂੰ ਆ ਸਕਦਾ ਹੈ, ਕਿਉਂਕਿ ਭਲਾ ਸਤਿਗੁਰੂ ਸਾਰਿਆਂ ਦਾ ਕਰਦੇ। ਸਾਰੇ ਸੰਸਾਰ ਨੂੰ ਰਚਣ ਵਾਲੇ ਵੀ ਆਪ ਨੇ, ਭਾਵੇਂ ਕੋਈ ਚੰਗਾ ਹੈ ਮਾੜਾ ਹੈ, ਸਾਰੇ ਹੈ ਤਾਂ ਤੁਹਾਡੇ ਹੀ ਨੇ। ਗੁਰੂ ਕਲਗੀਧਰ ਸਾਹਿਬ ਨੇ ਤਾਂ ਇੱਥੋਂ ਤੱਕ ਬਚਨ ਕਹੇ ਨੇ, ਕਲੰਕਾਰ ਰੂਪੇ। ਜਿਹੜੇ ਬੰਦੇ ਨੂੰ ਕਲੰਕ ਲੱਗਾ ਨਾ ਮੱਥੇ ਤੇ, ਸਾਰੇ ਉਹਨੂੰ ਭੰਡਦੇ। ਕੋਈ ਵੀ ਉਹਨੂੰ ਆਪਣੇ ਨੇੜੇ ਬਿਠਾਉਂਦਾ ਨਹੀਂ। ਇੱਥੋਂ ਤੱਕ ਕਿ ਬੈਠ ਵੀ ਜਾਵੇ ਤੇ ਉੱਠ ਕੇ ਭੱਜਣ ਦਾ ਯਤਨ ਕਰੀਦਾ ਹੈ, ਕਿਉਂਕਿ ਬੰਦੇ ਦੇ ਮੱਥੇ ਤੇ ਕਲੰਕ ਲੱਗਾ ਹੈ। ਜੇ ਕੋਲ ਬੈਠਾ ਕੋਈ ਦੇਖੇਗਾ ਤੇ ਕਹੇਗਾ ਕਿ ਇਹ ਵੀ ਉਸ ਦਾ ਸਾਥੀ ਹੋਵੇਗਾ। ਪਰ ਗੁਰੂ ਕਲਗੀਧਰ ਸਾਹਿਬ ਕਹਿੰਦੇ ਨੇ ਕਿ ਗੱਲ ਕੋਈ ਲੁਕੀ ਛਿਪੀ ਨਹੀਂ ਹੈ ਕਿ ਜਿਹਨੂੰ ਕਲੰਕ ਲੱਗਾ ਹੋਇਆ ਉਹਦੇ ਵਿੱਚ ਵੀ ਬੈਠਾ ਕੌਣ ਹੈ। ਸਾਰੇ ਰੂਪ ਹੈ ਤਾਂ ਤੁਹਾਡੇ ਆਪਣੇ ਹੀ ਨਾ, ਸਾਰੀ ਖੇਡ ਹੀ ਤੁਹਾਡੀ ਆਪਣੀ ਰਚੀ ਹੋਈ ਹੈ। ਜੇ ਕਿਸੇ ਨੂੰ ਰਾਜ ਭਾਗ ਦੇ ਕੇ ਰਾਜਾ ਬਣਾਇਆ ਤਾਂ ਉਹਦੇ ਵਿੱਚ ਵੀ ਤੂੰ ਆਪ ਬੈਠਾ ਹੈ। ਜੇ ਪਦਾਰਥ ਨੂੰ ਤਿਆਰ ਕਰ ਰਹੇ ਆਪ ਤੇ ਵਰਤਾ ਰਹੇ ਆਪ ਤੇ ਛਕਣ ਵਾਲਾ ਵੀ ਆਪ ਹੈ। ਆਪੇ ਰਸੀਆ ਆਪ ਰਸ, ਆਪੇ ਰਾਵਣਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ। ਇਸ ਲਈ ਇੱਥੇ ਕਹਿਣ ਲੱਗਾ ਗੁਰੂ ਸਾਹਿਬ ਜੀ ਨੇ ਕਿਹਾ ਕਿ ਜਦੋਂ ਬਹੁਤਾ ਸਮਾਪਤੀ ਵੇਲੇ ਪ੍ਰਸ਼ਾਦ ਵਰਤ ਜਾਵੇ, ਜਦੋਂ ਅਰਦਾਸ ਹੋਵੇ, ਜਿੰਨਾ ਚਿਰ ਸਤਨਾਮ ਦਾ ਜਾਪ ਹੋਵੇ ਉਹਨਾਂ ਚਿਰ ਤੈਨੂੰ ਆਉਣ ਦੀ ਆਗਿਆ ਨਹੀਂ। ਸੰਗਤ ਵਿੱਚ ਟਿਕਾ ਬਣਿਆ ਰਹਿੰਦਾ ਜਦੋਂ ਬਾਣੀ ਦਾ ਪ੍ਰਵਾਹ ਚੱਲਦਾ ਹੈ। ਜਦੋਂ ਕਥਾ ਕੀਰਤਨ ਆਪਾਂ ਸੁਣਦੇ ਹਾਂ ਕਿੰਨਾ ਟਿਕਾ ਬਣਦਾ ਹੈ। ਅਰਦਾਸ ਹੋਵੇ, ਜਦੋਂ ਪ੍ਰਸ਼ਾਦ ਵਰਤਾਇਆ ਜਾਵੇ, ਰੌਲਾ ਪਵੇ, ਉਦੋਂ ਤੈਨੂੰ ਆਉਣ ਦੀ ਆਗਿਆ ਹੈ, ਉਦੋਂ ਤੂੰ ਆ ਕੇ ਦਰਸ਼ਨ ਕਰ ਸਕਦਾ ਹੈ। ਵਰਤਾਵਤ ਜਾਵਤ ਸੰਗਤ ਮੈਂ। ਜਦੋਂ ਸੰਗਤ ਵਿੱਚ ਵਰਤਾਇਆ ਜਾਵੇ ਪ੍ਰਸ਼ਾਦ, ਰਹੋ ਤਾਵਤ ਬਾਸੋ ਪੰਗਤ ਮੈਂ। ਉਹਨਾਂ ਚਿਰ ਤੈਨੂੰ ਪੰਗਤ ਵਿੱਚ ਆ ਕੇ ਬੈਠਣ ਦੀ ਆਗਿਆ ਹੈ। ਇਮ ਆਇਸ ਪਾਏ ਕਲੀ ਹਰਖਿਓ। ਇਸ ਤਰ੍ਹਾਂ ਗੁਰੂ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਦੀ ਆਗਿਆ ਪਾ ਕੇ ਕਲਯੁਗ ਵੀ ਪ੍ਰਸੰਨ ਹੋਇਆ। ਪ੍ਰਸੰਨਤਾ ਹੁੰਦੀ ਹੈ ਕਿ ਜਦੋਂ ਪੂਰੇ ਗੁਰੂ ਦੇ ਕੋਲ ਆਉਣ ਦਾ ਸੁਭਾਗ ਸਮਾਂ ਮਿਲ ਜਾਵੇ। ਇਸ ਲਈ ਗੁਰੂ ਅਰਜਨ ਦੇਵ ਸਾਹਿਬ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਲੀ ਦੇ ਅਵਤਾਰ ਨੇ। ਇਸ ਕਲਯੁਗ ਨੂੰ ਤਾਰਨ ਵਾਲੇ ਨੇ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਉਹਨਾਂ ਵਾਸਤੇ ਤਾਂ ਸਦਾ ਹੀ ਕਲਯੁਗ ਬਣਿਆ ਰਹਿੰਦਾ ਹੈ। ਜਿਹੜੇ ਇੱਕ ਘੜੀ ਵੀ ਸੰਗਤ ਵਿੱਚ ਆ ਕੇ ਨਹੀਂ ਬੈਠਦੇ, ਸਤਨਾਮ ਦਾ ਸਿਮਰਨ ਨਹੀਂ ਕਰਦੇ, ਉਹਨਾਂ ਲਾਗੇ ਤਾਂ ਸਦਾ ਹੀ ਨਿਵਾਸ ਰਹਿੰਦਾ ਹੈ। ਪਰ ਜਿਹੜੇ ਸੰਗਤ ਵਿੱਚ ਜੁੜੇ ਰਹਿੰਦੇ ਨੇ ਉਹਨਾਂ ਦੇ ਅੱਗੇ ਆ ਕੇ ਉਹ ਬਲਹੀਨ ਹੋ ਜਾਂਦਾ ਹੈ। ਕਲਯੁਗ ਆਪ ਕਹਿ ਰਿਹਾ ਕਿ ਮੇਰਾ ਬਲ ਨਹੀਂ ਚੱਲਦਾ, ਮੇਰਾ ਜ਼ੋਰ ਨਹੀਂ ਚੱਲਦਾ। ਆਪਾਂ ਸ਼੍ਰੀ ਨਾਨਕ ਪ੍ਰਕਾਸ਼ ਵਿੱਚ ਵੀ ਸਰਵਣ ਕੀਤਾ ਹੈ। ਉਦੋਂ ਵੀ ਗੁਰੂ ਸਾਹਿਬ ਦੇ ਚਰਨਾਂ 'ਚ ਆਇਆ ਤੇ ਭਾਈ ਮਰਦਾਨਾ ਜੀ ਨੇ ਕਿਹਾ, ਮਹਾਰਾਜ ਆਹ ਕਿਹੜੀ ਬਲਾ ਹੈ? ਇੰਨੀ ਭਿਅੰਕਰ ਬਲਾ ਪਹਿਲਾਂ ਤੇ ਕਦੇ ਨਹੀਂ ਸੀ ਦੇਖੀ। ਮਹਾਰਾਜ ਕਹਿੰਦੇ, ਮਰਦਾਨਿਆਂ ਡਰ ਨਾ, ਇਹ ਸਾਡੇ ਕੋਲ ਹੀ ਆਏ। ਜਦੋਂ ਆ ਕੇ ਉਹਨੇ ਬੇਨਤੀਆਂ ਕਰਨ ਲੱਗਾ, ਕਹਿੰਦਾ ਮਹਾਰਾਜ ਕਲਯੁਗ ਦੇ ਅਵਤਾਰ ਤੁਸੀਂ। ਜਿੱਥੇ ਜਿੱਥੇ ਸਤਨਾਮ ਦਾ ਜਾਪ ਹੁੰਦਾ ਉੱਥੇ ਮੇਰਾ ਜ਼ੋਰ ਹੀ ਨਹੀਂ ਚੱਲਦਾ, ਮੇਰਾ ਬਲ ਹੀ ਨਹੀਂ ਚੱਲਦਾ। ਤੇ ਹੁਣ ਮੇਰਾ ਸਮਾਂ, ਮੈਨੂੰ ਵੀ ਕੋਈ ਹੁਕਮ ਦਿਓ ਕਿ ਮੈਂ ਕਿੱਥੇ ਨਿਵਾਸ ਰੱਖ ਸਕਦਾ। ਤੇ ਉਸ ਵੇਲੇ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਜਿੱਥੇ ਸਤਨਾਮ ਦਾ ਜਾਪ ਨਹੀਂ ਉੱਥੇ ਤਾਂ ਤੇਰਾ ਵਾਸਾ ਹੈ ਹੀ। ਤੇ ਫਿਰ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਜਿਹੜੇ ਸਿੱਖ ਜਾਪ ਜਪਦੇ ਨੇ ਉਹ ਸਤਨਾਮ ਦਾ ਜਾਪ ਕਰਨ ਵਾਲੇ ਅੰਮ੍ਰਿਤ ਵੇਲੇ ਉੱਠਣਗੇ, ਉਹਨਾਂ ਉੱਤੇ ਤੇਰਾ ਪ੍ਰਭਾਵ ਨਹੀਂ ਚੱਲੇਗਾ, ਸਗੋਂ ਜੁਲੇ ਦੇ ਰੂਪ ਦੇ ਵਿੱਚ ਤੂੰ ਉਹਨਾਂ ਦੇ ਉੱਤੇ ਪਿਆ ਹੁੰਨਾ। ਉਹ ਜੁਲਿਆਂ ਨੂੰ ਪਾੜ ਕਰਕੇ ਵੀ ਬਾਹਰ ਨਿਕਲ ਜਾਣਗੇ। ਜਿਹੜੇ ਸਾਡੇ ਸਿੱਖ ਹੋਣਗੇ ਉਹ ਭਾਵੇਂ ਕੈਸੀ ਰੁੱਤ ਹੋਵੇ, ਕੈਸਾ ਸਮਾਂ ਹੋਵੇ, ਭਾਵੇਂ ਠੰਡ ਹੈ, ਗਰਮੀ ਹੈ, ਕਿਸੇ ਤਰ੍ਹਾਂ ਦੀ ਰੁੱਤ ਹੈ, ਪਰ ਉਹ ਅੰਮ੍ਰਿਤ ਵੇਲਾ ਆਪਣਾ ਨਹੀਂ ਛੱਡਦੇ। ਇਉਂ ਕਲਯੁਗ ਨੇ ਗੁਰੂ ਅਰਜਨ ਦੇਵ ਸਾਹਿਬ ਤੋਂ ਆਗਿਆ ਲਈ
ਆਗਿਆ ਲੈ ਕੇ ਬੜਾ ਪ੍ਰਸੰਨ ਹੋਇਆ ਹੈ। ਅਬ ਲੋ ਤਿਹ ਕਾਲ ਬਿਖੈ ਪਰਖਿਓ। ਕਵੀ ਜੀ ਕਹਿੰਦੇ ਨੇ ਸੰਗਤ ਜੀ ਹੁਣ ਤੱਕ ਇਸ ਕਲਯੁਗ ਨੂੰ ਪਰਖ ਕੇ ਦੇਖਿਆ ਹੈ। ਜਬ ਹੋਏ ਤਿਹਾਵਲ ਆਵਤ ਹੈ। ਜਦੋਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦਾ ਸਮਾਂ ਆਉਂਦਾ ਹੈ, ਬੜ ਰੌਰ ਕਰੈ ਬਰਤਾਵਤ ਹੈ। ਵੱਡੇ ਇਕੱਠ ਦੇ ਵਿੱਚ ਵੱਡਾ ਰੋਲਾ ਜਿਹੜਾ ਪੈਂਦਾ ਹੈ, ਉਸ ਇਕੱਠ ਦੇ ਵਿੱਚ ਇਹਨੂੰ ਆਉਣ ਦੀ ਆਗਿਆ ਹੈ। ਪੁਨ ਸ੍ਰੀ ਗੁਰ ਬੈਠ ਦੀਵਾਨ ਲਗਿਓ। ਫਿਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਸ਼੍ਰੀ ਰਾਮਸਰ ਸਾਹਿਬ ਵਾਲੇ ਅਸਥਾਨ ਤੇ ਬਿਰਾਜਮਾਨ ਨੇ ਸੁੰਦਰ ਦੀਵਾਨ ਸਜਿਆ ਹੈ। ਗਨ ਸਿੱਖੈ ਪਿਖੈ ਮਨ ਪ੍ਰੇਮ ਮਗਿਓ। ਬਹੁਤੇ ਪ੍ਰੇਮ ਦਾ ਉਛਾਲਾ ਸਿੱਖਾਂ ਦਰ ਵੱਜਾ ਹੈ। ਪ੍ਰੇਮ ਦੇ ਉਛਾਲਿਆਂ ਦੇ ਨਾਲ ਗੁਰੂ ਕੇ ਸਿੱਖ ਸਤਿਗੁਰਾਂ ਦੇ ਦਰਸ਼ਨ ਕਰਨ ਆਉਂਦੇ ਹਨ। ਸਭ ਬੀਚ ਸੁਹਾਵਤ ਗ੍ਰੰਥ ਤਰਿਓ। ਸਾਰਿਆਂ ਦੇ ਵਿੱਚ ਸ਼੍ਰੀ ਗ੍ਰੰਥ ਸਾਹਿਬ ਜੀ ਦੀ ਬੀੜ ਸ਼ੋਭਾ ਪਾ ਰਹੀ। ਜਿਸ ਤਰ੍ਹਾਂ ਅੱਜ ਸਾਰੀ ਸੰਗਤ ਬਿਰਾਜਮਾਨ ਹੈ ਤੇ ਸੰਗਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬਿਰਾਜਮਾਨ ਤੇ ਗੁਰੂ ਗ੍ਰੰਥ ਸਾਹਿਬ ਉੱਪਰ ਚੌਰ ਹੋ ਰਿਹਾ। ਇਸ ਤਰ੍ਹਾਂ ਜਦੋਂ ਗੁਰੂ ਅਰਜਨ ਦੇਵ ਸਾਹਿਬ ਨੇ ਆਪਣੀ ਹਾਜ਼ਰੀ ਦੇ ਵਿੱਚ ਬੀੜ ਦੀ ਸੰਪੰਨਤਾ ਕਰਵਾਈ ਤੇ ਬੀੜ ਨੂੰ ਉੱਚੇ ਆਸਣ ਤੇ ਬਿਰਾਜਮਾਨ ਕੀਤਾ ਹੈ ਤੇ ਸਾਰੀ ਸੰਗਤ ਵਿੱਚ ਬੀੜ ਸ਼ੋਭਾ ਪਾ ਰਹੀ ਹੈ। ਕਰ ਸੇਵਕ ਸੁੰਦਰ ਚੌਰ ਫਿਰਿਓ। ਸੁੰਦਰ ਜਿਹੜਾ ਚੌਰ ਸੀ ਉਹ ਸੇਵਕ ਸ਼੍ਰੀ ਗ੍ਰੰਥ ਸਾਹਿਬ ਦੀ ਬੀੜ ਦੇ ਉੱਤੇ ਕਰ ਰਹੇ ਨੇ। ਜਿਸ ਤਰ੍ਹਾਂ ਅੱਜ ਆਪ ਦੇਖਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਉੱਪਰ ਚੌਰ ਹੁੰਦਾ ਹੈ। ਇਹ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਤੋਂ ਜਦੋਂ ਮਹਾਰਾਜ ਗੋਇੰਦਵਾਲ ਸਾਹਿਬ ਤੋਂ ਪੋਥੀਆਂ ਲੈ ਕੇ ਚੱਲੇ ਚੌਰ, ਤਾਂ ਉਦੋਂ ਹੀ ਗੁਰੂ ਸਾਹਿਬ ਜੀ ਨੇ ਆਪਣੇ ਹੱਥ ਵਿੱਚ ਲਿਆ ਤੇ ਬਾਣੀ ਤੇ ਚੌਰ ਕੀਤਾ। ਫਿਰ ਬਾਣੀ ਦੀ ਸੰਪੰਨਤਾ ਕਰਾਈ। ਬੀੜ ਜਿਹੜੀ ਸੀ ਉਹ ਲਿਖਵਾਈ ਭਾਈ ਗੁਰਦਾਸ ਸਾਹਿਬ ਜੀ ਪਾਸੋਂ ਤੇ ਫਿਰ ਉਹ ਬੀੜ ਦੇ ਉੱਤੇ ਜਿਹੜੇ ਸੇਵਕ ਸਿੱਖ ਸਨ ਉਹ ਚੌਰ ਕਰਦੇ ਹਨ। ਲਗ ਢੇਰ ਪ੍ਰਸ਼ਾਦ ਗਇਓ ਸੋ ਤਹਾਂ। ਜਿਹੜੀਆਂ ਸੰਗਤਾਂ ਦਰਸ਼ਨਾਂ ਲਈ ਆਈਆਂ ਬੜੇ ਕੀਮਤੀ ਪਕਵਾਨ ਪ੍ਰਸ਼ਾਦ ਲੈ ਕੇ ਆਈਆਂ, ਵੱਡਾ ਢੇਰ ਉਹਨਾਂ ਦਾ ਲੱਗ ਗਿਆ। ਬਹੁ ਲਿਆਵਤ ਸਿੱਖ ਆਨੰਦ ਮਹਾ। ਬੜੇ ਆਨੰਦ ਦੇ ਸਹਿਤ ਸਿੱਖ ਸੰਗਤਾਂ ਉਹ ਪ੍ਰਸ਼ਾਦ ਲਿਆਂਦੀਆਂ ਨੇ ਤੇ ਅੱਜ ਵੀ ਤੁਸੀਂ ਦੇਖ ਸਕਦੇ ਹੋ ਉਸੇ ਪਰੰਪਰਾ ਅਨੁਸਾਰ ਸਿੱਖ ਸੰਗਤਾਂ ਰਾਮਸਰ ਸਾਹਿਬ ਵਾਲੇ ਸਥਾਨ ਤੇ ਪਹੁੰਚਦੀਆਂ। ਜਿੰਨੇ ਦਿਨ ਦੀਵਾਨ ਸਜਦਾ ਹੈ ਘਰਾਂ ਵਿੱਚੋਂ ਸੋਹਣੇ ਪਕਵਾਨ ਪ੍ਰਸ਼ਾਦ ਬਣਾ ਕੇ ਲਿਆਂਦੀਆਂ ਤੇ ਵੱਡੇ ਵੱਡੇ ਢੇਰ ਉਸ ਸਥਾਨ ਤੇ ਲੱਗੇ ਹੁੰਦੇ ਨੇ। ਗੁਰੂ ਸਾਹਿਬ ਜੀ ਦੇ ਸਮੇਂ ਵੀ ਵੱਡਾ ਢੇਰ ਪ੍ਰਸ਼ਾਦ ਦਾ ਲੱਗਾ ਹੈ। ਸ਼ੁਭ ਫੂਲ ਨਮਾਲ ਵਿਸਾਲ ਕਰੇ। ਸੁੰਦਰ ਫੁੱਲਾਂ ਦੀਆਂ ਮਾਲਾਂ ਜਿਹੜੀਆਂ ਸਾਨੂੰ ਤਿਆਰ ਕੀਤੀਆਂ ਹਨ। ਬਹੁ ਰੰਗਨ ਕੇ ਵਿੱਚ ਗੁੰਡ ਤਰੇ। ਬੜੇ ਰੰਗਾਂ ਰੰਗਾਂ ਦੇ ਜਿਹੜੇ ਫੁੱਲ ਸਨ ਉਹਨਾਂ ਮਾਲਾ ਦੇ ਵਿੱਚ ਲਾਏ ਹਨ। ਗਰ ਸ੍ਰੀ ਗੁਰ ਕੇ ਸਿੱਖ ਪਾਵਤ ਹੈ। ਲਿਆ ਕੇ ਸੁੰਦਰ ਫੁੱਲਾਂ ਦੀਆਂ ਮਾਲਾ ਸਿੱਖ ਗੁਰੂ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਗਲ ਵਿੱਚ ਪਾਉਂਦੇ ਹਨ। ਬਹੁ ਭਾਤਨ ਫੂਲ ਚੜਾਵਤ ਹੈ। ਬੜੇ ਤਰ੍ਹਾਂ ਤਰ੍ਹਾਂ ਦੇ ਕੀਮਤੀ ਸੁੰਦਰ ਫੁੱਲ ਗੁਰੂ ਸਾਹਿਬ ਦੇ ਅੱਗੇ ਭੇਟ ਕਰਦੇ ਨੇ। ਸ਼ੁਭ ਮਾਲ ਸੁਫੂਲ ਵਿਸਾਲ ਲਏ। ਸੋਹਣੇ ਫੁੱਲ ਲੈ ਕੇ ਮਾਲਾ ਦੇ ਵਿੱਚ ਪਾਏ ਹਨ। ਗੁਰ ਗ੍ਰੰਥ ਸਮੀਪ ਚੜਾਏ ਦਏ। ਉਹ ਫੁੱਲਾਂ ਦੀ ਮਾਲਾ ਜਿਹੜੀ ਸੀ ਉਹ ਸ਼੍ਰੀ ਗ੍ਰੰਥ ਸਾਹਿਬ ਦੀ ਬੀੜ ਦੇ ਲਿਆ ਕੇ ਕੋਲ ਰੱਖੇ ਨੇ। ਜਿਸ ਤਰ੍ਹਾਂ ਅੱਜ ਵੀ ਆਪ ਦੇਖਦੇ ਹੋ ਕਿ ਜਿੱਥੇ ਬੀੜ ਪ੍ਰਕਾਸ਼ ਹੁੰਦੀ ਹੈ ਉੱਥੇ ਗੁਰੂ ਸਾਹਿਬ ਜੀ ਦੇ ਅੱਗੇ ਸੁੰਦਰ ਫੁੱਲ, ਕੀਮਤੀ ਫੁੱਲਾਂ ਦੀਆਂ ਮਾਲਾ, ਕੀਮਤੀ ਫੁੱਲ ਜਿਹੜੇ ਨੇ ਉਹ ਗੁਰੂ ਸਾਹਿਬ ਦੇ ਦਰਬਾਰ ਵਿੱਚ ਸਜਾਏ ਹੁੰਦੇ। ਗੁਰੂ ਕਾਲ ਸਮੇਂ ਸੰਗਤਾਂ ਨੇ ਬੜੇ ਕੀਮਤੀ ਫੁੱਲਾਂ ਦੀਆਂ ਮਾਲਾ ਲਿਆਂਦੀਆਂ ਤੇ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਬੀੜ ਲਿਆ ਕੇ ਰੱਖੀਆਂ ਹਨ। ਬਹੁ ਧੂਪ ਸੁਆਗ ਤੁਖਾਵਤ ਹੈ। ਬੜੀ ਸੁੰਦਰ ਜਿਹੜੀ ਬਹੁਤ ਧੂਪ ਸੁਆਗ ਤੁਖਾਵਤ ਹੈ। ਧੂਪ ਸੋਹਣੀ ਜਿਹੜੀ ਸੀ, ਅਗਰਬੱਤੀਆਂ ਜਿਹੜੀਆਂ ਸੀ ਉਹ ਤੁਖਾਈਆਂ ਨੇ। ਕਸ ਚੰਦਨ ਕੇਸਰ ਪਾਵਤ ਹੈ। ਕਸਾ ਕੇ ਚੰਦਨ ਅਤੇ ਕੇਸਰ ਨੂੰ ਤਿਆਰ ਕੀਤਾ ਹੈ। ਚਰਚੈ ਅਰਚੈ ਸਿੱਖ ਪ੍ਰੀਤ ਤਰੈ। ਬੜੇ ਪ੍ਰੇਮ ਦੇ ਨਾਲ ਸਿੱਖ ਚੰਦਰ ਦਾ ਛਿੜਕਾਅ ਕਰਦੇ ਨੇ ਤੇ ਬੜਾ ਪ੍ਰੇਮ ਜਿਹੜਾ ਉਹ ਕਰਦੇ ਹਨ। ਗਨ ਸੰਖ ਬਜਾਵਤ ਫੂਕ ਪਰੈ। ਫੂਕਾਂ ਭਰ ਭਰ ਕੇ ਸੰਖ ਦੇ ਵਿੱਚ ਸੰਖ ਪੂਰਦੇ ਨੇ, ਸੰਖ ਵਜਾਉਂਦੇ ਹਨ। ਅਰਦਾਸ ਪ੍ਰਸ਼ਾਦਨ ਬ੍ਰਿੰਦ ਕਰੈ। ਬਹੁਤੀਆਂ ਸੰਗਤਾਂ ਪ੍ਰਸ਼ਾਦ ਲੈ ਕੇ ਆਈਆਂ, ਉਹਨਾਂ ਦੀ ਅਰਦਾਸ ਹੋਈ ਹੈ। ਜੈਕਾਰ ਸਭੈ ਇੱਕ ਬਾਰ ਕਰੈ। ਸਾਰਿਆਂ ਨੇ ਇੱਕੋ ਵਾਰ ਦੇ ਵਿੱਚ ਜੈ ਜੈਕਾਰ ਕੀਤੀ ਹੈ। ਕਰ ਧਾਰ ਰਬਾਬ ਸਤਾਰ ਬਜੇ। ਕੋਈ ਸਿੱਖ ਆਪਣੇ ਹੱਥ ਵਿੱਚ ਰਬਾਬ ਲੈ ਕੇ ਬੈਠਾ ਹੈ, ਕੋਈ ਸਤਾਰ ਲੈ ਕੇ ਬੈਠਾ ਹੈ। ਇਸ ਤਰ੍ਹਾਂ ਇਹ ਜਿਹੜੇ ਸਾਜ਼ ਹਨ ਸੁੰਦਰ ਵਜਾ ਰਹੇ ਹਨ। ਸ਼ਬਦਾਨ ਸੋ ਗਾਏ ਸੋ ਰਾਗ ਸਜੈ। ਉਹਨਾਂ ਸੋਹਣੇ ਜਿਹੜੇ ਰਾਗੀ ਹਨ ਉਹ ਰਾਗਾਂ ਦੇ ਵਿੱਚ ਸ਼ਬਦ ਨੂੰ ਗਾਇਨ ਕਰ ਰਹੇ ਹਨ। ਬਹੁ ਭੀਰ ਪਈ ਦਿਸ ਚਾਰੋਂ ਮੈਂ। ਚਾਰਿਓਂ ਪਾਸੇ ਗੁਰੂ ਸਾਹਿਬ ਜੀ ਦੇ ਬੀੜ ਦੇ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਚਾਰੇ ਪਾਸੇ ਸੰਗਤਾਂ ਦੀ ਬਹੁਤ ਭੀੜ ਇਕੱਠੀ ਹੋਈ ਹੈ। ਹੋਏ ਮੰਗਲਤਾ ਉਤਸ਼ਾਹ ਸਮੈ। ਉਸ ਉਤਸ਼ਾਹ ਦੇ ਸਮੇਂ ਬਹੁਤ ਖੁਸ਼ੀਆਂ ਸਿੱਖਾਂ ਨੇ ਮਨਾਈਆਂ ਹਨ। ਵਰਤਿਓ ਸੋ ਪ੍ਰਸਾਦ ਕਲੀ ਪ੍ਰਸਿਓ। ਜਿਹੜਾ ਪ੍ਰਸ਼ਾਦ ਲਿਆਂਦਾ ਸੀ ਦੀਵਾਨ ਦੀ ਸਮਾਪਤੀ ਤੇ ਵਰਤਾਇਆ ਗਿਆ। ਕਲਯੁਗ ਨੂੰ ਹੁਕਮ ਹੋਇਆ ਸੀ ਕਿ ਪ੍ਰਸ਼ਾਦ ਦੇ ਸਮੇਂ ਤੂੰ ਸੰਗਤ ਵਿੱਚ ਆ ਸਕਦਾ। ਇਸੇ ਤਰ੍ਹਾਂ ਹੋਇਆ, ਉਹ ਹੁਕਮ ਪਾ ਕੇ ਉੱਥੇ ਆਇਆ ਹੈ। ਬੜ ਰੌਰ ਪਰਿਓ ਸਭ ਬੀਚ ਤਸਿਓ। ਸਾਰਿਆਂ ਦੇ ਵਿੱਚ ਉਦੋਂ ਆਇਆ ਜਦੋਂ ਪ੍ਰਸ਼ਾਦ ਦੇ ਸਮੇਂ
ਵੱਡੇ ਇਕੱਠ ਦੇ ਵਿੱਚ ਰੋਲਾ ਪੈਣ ਲੱਗਾ ਹੈ। ਤਬ ਸ੍ਰੀ ਗੁਰ ਜਾਨ ਗਏ ਕਲ ਕੋ। ਗੁਰੂ ਸਾਹਿਬ ਜੀ ਨੇ ਜਾਣਿਆ ਕਿ ਇਹਨੂੰ ਅਸੀਂ ਆਗਿਆ ਦਿੱਤੀ ਸੀ, ਸਾਡੀ ਆਗਿਆ ਵਿੱਚ ਰਹਿ ਕੇ ਆਇਆ ਹੈ, ਨਿਜ ਹੀਰ ਸਮਾ ਕੇ ਬੈਤ ਬਲ ਕੋ। ਕਿ ਆਪਣਾ ਸਮਾਂ ਜਾਣ ਕਰਕੇ ਇੱਥੇ ਪਹੁੰਚਿਆ ਹੈ। ਬੜ ਹੋਤ ਕੁਲਾਹਲ ਮੰਗਲ ਕੋ। ਬਹੁਤ ਖੁਸ਼ੀਆਂ ਸਿੱਖ ਮਨਾ ਰਹੇ ਹਨ। ਤਿਹ ਕਾਲ ਕੀਓ ਕਲ ਦੰਗਲ ਕੋ। ਤੇ ਕਲਯੁਗ ਉਸ ਸਮੇਂ ਜਿਹੜਾ ਸੀ ਦੀਵਾਨ ਦੀ ਸਮਾਪਤੀ ਤੇ ਉਹਨੂੰ ਆਉਣ ਦੀ ਆਗਿਆ ਹੋਈ ਹੈ। ਸਭ ਸੰਗਤ ਨੇ ਦਰਸ਼ਨ ਕਰਿਓ। ਸਾਰੀਆਂ ਸੰਗਤਾਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ, ਕਿਉਂਕਿ ਪਹਿਲਾਂ ਇਹੋ ਹੀ ਹੁਕਮ ਸੀ ਕਿ ਹਰਿਮੰਦਰ ਸਾਹਿਬ ਇਸੇ ਅਸਥਾਨ ਨੂੰ ਸਾਡੇ ਦਰਸ਼ਨ ਜਾਣਨਾ। ਬਾਬਾ ਬੁੱਢਾ ਸਾਹਿਬ ਆਈਆਂ ਸੰਗਤਾਂ ਨੂੰ ਉਪਦੇਸ਼ ਦੇਣਗੇ ਉਹਨਾਂ ਸਮਾਂ ਜਿੰਨਾ ਸਮਾਂ ਗੁਰੂ ਸਾਹਿਬ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਪਾਸੋਂ ਬਾਣੀ ਲਿਖਵਾਈ। ਹੁਣ ਸੰਗਤਾਂ ਨੂੰ ਆਗਿਆ ਹੋਈ ਸੀ ਦਰਸ਼ਨ ਕਰਨ ਦੀ। ਸਾਰੀਆਂ ਸੰਗਤਾਂ ਨੇ ਬੜੇ ਉਤਸ਼ਾਹ ਦੇ ਨਾਲ ਇੰਨੇ ਸਮੇਂ ਬਾਅਦ ਜਾ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ। ਪਗ ਪੰਕਜ ਪੈ ਨਿਜ ਸੀਸ ਧਰਿਓ। ਮਹਾਰਾਜ ਦੇ ਚਰਨਾਂ ਕਮਲਾਂ ਤੇ ਆਪਣੇ ਸਿਰ ਰੱਖੇ ਹਨ। ਪੁਨ ਜਾਤ ਭਏ ਨਿਜ ਤਾਮਨ ਕੋ। ਫਿਰ ਆਪੋ ਆਪਣੇ ਘਰਾਂ ਨੂੰ ਸੰਗਤਾਂ ਗਈਆਂ ਹਨ। ਹਰ ਖੰਤ ਲਗੇ ਨਿਜ ਕਾਮਨ ਕੋ। ਪ੍ਰਸੰਨ ਹੋ ਕੇ ਸਿੱਖ ਆਪਣੇ ਕੰਮਾਂ ਕਾਰਾਂ ਵਿੱਚ ਲੱਗ ਗਏ ਨੇ। ਗਨ ਮੰਗਤ ਕੋ ਗੁਰ ਦੇਖ ਤਬੈ। ਜਦੋਂ ਸਤਿਗੁਰਾਂ ਨੇ ਬਹੁਤੇ ਮੰਗਤਿਆਂ ਵੱਲ ਦੇਖਿਆ ਹੈ, ਤਨ ਦੇਤ ਪਏ ਕਰ ਲੀਨ ਸਬੈ। ਮਹਾਰਾਜ ਪ੍ਰਸੰਨ ਹੋ ਕਰਕੇ ਉਹਨਾਂ ਮੰਗਤਿਆਂ ਦੀ ਝੋਲੀ ਭਰਨ ਵਾਲੇ ਵੀ ਜਾਚਕ ਅਨੇਕ ਸੋ ਇੱਕ ਦਵਈਆ ਹੈ। ਤਾਂ ਆਪਾਂ ਸਾਰੇ ਮੰਗਤੇ ਹਾਂ, ਪਰ ਗੁਰੂ ਸਾਹਿਬ ਦੇ ਦਰ ਦੇ ਉੱਤੇ ਜਿਹੜੇ ਮੰਗਤੇ ਚੱਲ ਕੇ ਆਏ ਸਨ ਉਹਨਾਂ ਵੱਲ ਦੇਖ ਕੇ ਸਤਿਗੁਰਾਂ ਨੇ ਪ੍ਰਸੰਨ ਹੋ ਕੇ ਉਹਨਾਂ ਦੀਆਂ ਝੋਲੀਆਂ ਭਰੀਆਂ ਨੇ। ਨਹਿ ਸ਼ੂਸ਼ ਗਇਓ ਗੁਰ ਕੇ ਦਰ ਤੇ। ਗੁਰੂ ਸਾਹਿਬ ਜੀ ਦੇ ਦਰ ਤੋਂ ਕੋਈ ਵੀ ਜਿਹੜਾ ਮੰਗਤਾ ਸੀ ਉਹ ਖਾਲੀ ਨਹੀਂ ਮੁੜਿਆ। ਪਟ ਦੀਨ ਕਿਸੂ ਇਸ ਜੋ ਤਰਤੇ। ਜੋ ਇੱਛਾ ਲੈ ਕੇ ਚੱਲ ਕੇ ਆਇਆ ਸੀ ਉਹ ਗੁਰੂ ਸਾਹਿਬ ਜੀ ਨੇ ਉਹਦੇ ਝੋਲੀ ਵਿੱਚ ਪਾਇਆ ਹੈ। ਕੋਈ ਆਇਆ ਮੈਨੂੰ ਕੀਮਤੀ ਵਸਤਰ ਮਿਲ ਜਾਣ, ਕੋਈ ਧਨ ਦੀ ਇੱਛਾ ਲਈ ਆਉਂਦਾ ਹੈ। ਕਈ ਮੰਗਤੇ ਹੈ ਤਾਂ ਸਾਰੇ ਹੀ, ਕੋਈ ਚੱਲ ਕੇ ਆਉਂਦਾ ਹੈ ਮੈਨੂੰ ਦੁੱਧ ਮਿਲੇ, ਕੋਈ ਪੁੱਤ ਮਿਲੇ, ਕੋਈ ਮੇਰਾ ਸੋਹਣਾ ਘਰ ਬਣ ਜਾਵੇ, ਸੋਹਣਾ ਮੈਨੂੰ ਕਾਰੋਬਾਰ ਮਿਲ ਜਾਵੇ। ਇਉਂ ਜੋ ਜੋ ਜਿਸ ਦੀ ਇੱਛਾ ਸੀ ਸਤਿਗੁਰਾਂ ਨੇ ਪੂਰੀਆਂ ਕੀਤੀਆਂ ਨੇ, ਕਿਉਂਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਜਾ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੀ ਜਿੰਦੜੀਏ, ਤਾਂ ਸਰਬ ਸੁਖ ਪਾਵੈ ਮੇਰੇ ਮਨ। ਇਸ ਤਰ੍ਹਾਂ ਸੰਗਤਾਂ ਦੀਆਂ ਜੋ ਜੋ ਇੱਛਾਵਾਂ ਸਨ ਸਤਿਗੁਰਾਂ ਨੇ ਪੂਰੀਆਂ ਕੀਤੀਆਂ ਨੇ। ਨਰ ਬ੍ਰਿੰਦ ਸੁਬਾਦ ਬਜਾਵਤ ਹੈ। ਬਹੁਤੇ ਮਨੁੱਖ ਜਿਹੜੇ ਸਨ ਉਹ ਵਾਜੇ ਵਜਾ ਰਹੇ ਹਨ। ਗਨ ਰਾਗਨ ਕੋ ਮੁਖ ਗਾਵਤ ਹੈ। ਬੜੇ ਸੋਹਣੇ ਰਾਗ ਆਪਣੀ ਰਸਨਾ ਦੇ ਨਾਲ ਗਾ ਰਹੇ ਨੇ। ਸਭ ਕੋ ਤਨ ਦੀਨ ਪ੍ਰਸੰਨ ਕਰੇ। ਜਿਹੜੇ ਗਾਉਣ ਵਾਲੇ ਰਬਾਬੀ ਸਨ ਉਹਨਾਂ ਨੂੰ ਵੀ ਸਤਿਗੁਰੂ ਜੀ ਨੇ ਧਨ ਦਿੱਤਾ ਹੈ ਤੇ ਉਹਨਾਂ ਨੂੰ ਪ੍ਰਸੰਨ ਕਰ ਦਿੱਤਾ ਹੈ। ਪਰ ਅੱਜ ਦੇਖਦੇ ਹਾਂ ਕਿ ਜਦੋਂ ਸੁੰਦਰ ਮਨੋਹਰ ਕੀਰਤਨ ਗਾਉਣ ਵਾਲਿਆਂ ਨੂੰ ਜਾਂ ਬਾਣੀ ਗਾਉਣ ਵਾਲਿਆਂ ਨੂੰ ਕਿਤੋਂ ਧਨ ਮਿਲ ਜਾਵੇ ਤੇ ਕਈ ਜਿਹੜੇ ਨੇ ਉਹ ਦੇਖ ਕਰਕੇ ਹੱਕ ਪਰਾਇਆ ਖਾਣ ਵਾਲੇ ਕਹਿੰਦੇ ਨੇ ਕਿ ਦੇਖੋ ਜੀ ਇਹਨਾਂ ਨੂੰ ਵੀ ਮਿਲ ਰਿਹਾ, ਤੇ ਜੇ ਅਸੀਂ ਕਿਸੇ ਤੋਂ ਮੰਗ ਕੇ ਲੈ ਲੈਂਦੇ ਹਾਂ ਜਾਂ ਕਿਸੇ ਤੋਂ ਰਿਸ਼ਵਤ ਲੈ ਲੈਂਦੇ ਹਾਂ ਤੇ ਇਹਦੇ ਵਿੱਚ ਮਾੜਾ ਕੀ ਹੈ। ਪਰ ਅਸਲ ਵਿੱਚ ਜਿਹੜਾ ਸੰਗਤ ਸ਼ਬਦ ਗਾਉਣ ਵਾਲੇ ਨੂੰ ਸ਼ਬਦ ਦਾ ਸਤਿਕਾਰ ਕਰਦੀ ਹੈ, ਭੇਟਾ ਰੱਖਦੀ ਹੈ, ਉਹ ਕੋਈ ਭੇਟਾ ਤਾਂ ਮਾੜੀ ਨਹੀਂ। ਉਹ ਤਾਂ ਗੁਰੂ ਸਾਹਿਬ ਆਪ ਵੀ ਆਪਣੇ ਸਮੇਂ ਉਹਨਾਂ ਰਬਾਬੀਆਂ ਨੂੰ, ਕੀਰਤਨੀਆਂ ਨੂੰ, ਗੁਰੂ ਕੀ ਬਾਣੀ ਗਾਉਣ ਵਾਲਿਆਂ ਨੂੰ ਸਤਿਗੁਰੂ ਆਪ ਵੀ ਕੀਮਤੀ ਭੇਟਾਵਾਂ ਦੇ ਕੇ ਬਾਣੀ ਦਾ ਅਦਬ ਤੇ ਸਤਿਕਾਰ ਰੱਖਦੇ ਰਹੇ। ਇਸ ਲਈ ਜੇ ਉਹਨਾਂ ਦੀ ਬਰਾਬਰੀ ਕਰਕੇ ਕਹੀਏ ਕਿ ਦੇਖੋ ਜੀ ਉਹਨਾਂ ਨੂੰ ਵੀ ਮਾਇਆ ਮਿਲੀ ਤੇ ਅਸੀਂ ਹੋਰ ਢੰਗ ਨਾਲ ਲੈ ਲਈ, ਇਹ ਢੰਗ ਦੇ ਵਿੱਚ ਤਾਂ ਫਿਰ ਫਰਕ ਪੈ ਗਿਆ ਨਾ। ਇੱਕ ਤਾਂ ਕਿਸੇ ਨੇ ਪ੍ਰਸੰਨ ਹੋ ਕੇ ਬਾਣੀ ਦੇ ਸਤਿਕਾਰ ਵਜੋਂ ਉਹ ਭੇਟਾ ਰੱਖੀ, ਤੇ ਇੱਕ ਮੰਗ ਕੇ ਕਿਸੇ ਕੋਲੋਂ ਲੈ ਕੇ ਕਿਹਾ ਕਿ ਮੈਨੂੰ ਇੰਨੇ ਪੈਸੇ ਦੇ ਫਿਰ ਮੈਂ ਤੇਰਾ ਕੰਮ ਕਰਾਂਗਾ। ਉਹਦੇ ਵਿੱਚ ਅੰਤਰ ਹੈ, ਫਰਕ ਹੈ। ਇਹ ਗੱਲ ਜ਼ਰੂਰ ਧਿਆਨ ਵਿੱਚ ਰੱਖਣੀ ਚਾਹੀਦੀ। ਜਿਹੜੇ ਰਬਾਬੀ ਸਿੱਖ ਕੀਰਤਨ ਗਾ ਰਹੇ ਸਨ, ਕੀਰਤਨ ਕਰ ਰਹੇ ਸਨ ਮਨ ਦੇ ਨਾਲ, ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਉਹਨਾਂ ਦੀਆਂ ਵੀ ਝੋਲੀਆਂ ਭਰੀਆਂ, ਉਹਨਾਂ ਨੂੰ ਬਹੁਤਾ ਧਨ ਬਖਸ਼ਿਆ ਹੈ। ਸੁਤ ਜੀਵੋ ਆਸ਼ਿਕਤਾ ਉਚਰੇ। ਜਿਹੜੇ ਮੰਗਤੇ ਚੱਲ ਕੇ ਆਏ ਸਨ ਉਹਨਾਂ ਨੇ ਅਸੀਸਾਂ ਵੀ ਦੇਣ ਲੱਗੇ ਪ੍ਰਸੰਨ ਹੋ ਕੇ ਕਿ ਲੰਬੀ ਉਮਰਾਂ ਤੁਹਾਡੇ ਸਾਹਿਬਜ਼ਾਦੇ ਮਾਨਣ। ਇਮ ਗ੍ਰੰਥ ਸਮਾਪਤ ਆਪ ਕਰਿਓ। ਇਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੀ ਹਾਜ਼ਰੀ ਦੇ ਵਿੱਚ ਸ੍ਰੀ ਗ੍ਰੰਥ ਸਾਹਿਬ ਜੀ ਦੀ ਸੰਪੰਨਤਾ ਕੀਤੀ ਹੈ। ਬਹੁ ਭਾਂਤ ਮਹਾਤਮ ਕੋ ਉਚਰਿਓ। ਤੇ ਇਸ ਬਾਣੀ ਦਾ ਬਹੁਤ ਸੁੰਦਰ ਮਹਾਤਮ ਗੁਰੂ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਦਰਸਾਇਆ ਹੈ। ਸਰ ਰਾਮ ਸਨਾਨ ਹੈ ਆਨੰਦ ਰੰਗ। ਜਿਸ ਸਥਾਨ ਤੇ ਗੁਰੂ ਸਾਹਿਬ ਜੀ ਨੇ ਬਾਣੀ ਲਿਖਵਾਈ ਉਸ ਸਥਾਨ ਦਾ ਵੀ ਮਹਾਤਮ ਦੱਸਿਆ। ਮਹਾਰਾਜ ਕਹਿਣ ਲੱਗੇ ਜਿਹੜਾ ਰਾਮਸਰ ਸਾਹਿਬ ਵਾਲਾ ਸਥਾਨ ਹੈ ਨਾ, ਜਿਹੜਾ ਵੀ ਇੱਥੇ ਪ੍ਰੇਮ ਦੇ ਨਾਲ ਆ ਕੇ ਸਥਾਨ ਦੇ ਦਰਸ਼ਨ ਕਰੇਗਾ, ਜਿਹੜਾ ਇਸ ਸਰੋਵਰ ਵਿੱਚ ਇਸ਼ਨਾਨ ਕਰੇਗਾ, ਦਰਸੈ ਇਸ ਥਾਨ ਸੁਭਾਉ ਤਰੰਗ। ਪ੍ਰੇਮ ਦੇ ਨਾਲ ਇੱਥੇ ਆ ਕੇ ਦਰਸ਼ਨ ਕਰੇ, ਇਸ਼ਨਾਨ ਕਰੇ, ਗਨ ਪਾਪਨ ਖਾਪਤ ਸੋਸ਼ਿਨ ਮੈਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ
ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਇਹ ਤਾਂ ਸਾਡੇ ਪਿਤਾ ਦਾਦਿਆਂ ਦੀ ਕੀਤੀ ਹੋਈ ਕਮਾਈ, ਉਹਨਾਂ ਕਮਾਈਆਂ ਵਿੱਚੋਂ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਤੇ, ਬੱਚਿਆਂ ਤੇ, ਪੁੱਤਰਾਂ ਤੇ ਬਖਸ਼ਿਸ਼ਾਂ ਕੀਤੀਆਂ। ਹੁਣ ਤਰਕ ਬਿਰਤੀ ਵਾਲਾ ਕਹੀ ਜਾਵੇ ਕਿ ਹੋ ਨਹੀਂ ਸਕਦਾ, ਪਰ ਸਿਆਣੇ ਸਾਰੇ ਜਾਣਦੇ ਨੇ ਕਿ ਬਾਪ ਦਾਦੇ ਦੀ ਕਮਾਈ ਦਾ ਜੇ ਪੁੱਤਰ ਸੁੱਤੇ ਸਿੱਧ ਹੱਕਦਾਰ ਬਣ ਜਾਂਦਾ ਹੈ, ਪਰ ਹੋਵੇ ਉਹ ਪੁੱਤਰ। ਗੁਰੂ ਸਾਹਿਬ ਦੀਆਂ ਸੰਗਤਾਂ ਬੱਚਿਆਂ ਦੀ ਤਰ੍ਹਾਂ ਹਨ। ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ। ਇਸ ਲਈ ਜਿਹੜੀਆਂ ਕਮਾਈਆਂ ਗੁਰੂ ਸਾਹਿਬ ਨੇ ਕੀਤੀਆਂ ਉਹ ਸਿੱਖਾਂ ਲਈ ਤਾਂ ਕੀਤੀਆਂ ਨੇ। ਕਿੰਨੀਆਂ ਬਖਸ਼ਿਸ਼ਾਂ ਗੁਰੂ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਦੇ ਅਸਥਾਨ 'ਤੇ ਵਰਤਾ ਕੇ ਗਏ, ਗੋਇੰਦਵਾਲ ਸਾਹਿਬ ਦੇ ਅਸਥਾਨ 'ਤੇ ਵਰਤਾਈਆਂ, ਜਿੱਥੇ ਜਿੱਥੇ ਸਤਿਗੁਰਾਂ ਦੇ ਮੁਬਾਰਕ ਚਰਨ ਪਏ। ਮਹਾਰਾਜ ਬਚਨ ਹੀ ਕਹਿ ਗਏ, ਜਿੱਥੋਂ ਬਾਬਾ ਬੁੱਢਾ ਸਾਹਿਬ ਸੰਨ 'ਚੋਂ ਨਿਕਲੇ ਉੱਥੋਂ ਬਚਨ ਕਰ ਗਏ ਕਿ ਜਿਹੜਾ ਭਾਵਨਾ ਬਣਾ ਕੇ ਨਿਕਲ ਜਾਵੇ ਉਹ 84 'ਚ ਨਹੀਂ ਜਾਵੇਗਾ। ਇਹ ਸਾਡੇ ਬਾਪ ਦਾਦਿਆਂ ਦੀਆਂ ਆਪਣੀਆਂ ਕਮਾਈਆਂ ਸਨ, ਉਹਨਾਂ ਦੇ ਬੋਲ ਸਨ, ਤੇ ਸਿੱਖ ਨੂੰ ਉਹਨਾਂ ਦੇ ਬਚਨਾਂ ਦੇ ਉੱਤੇ ਭਰੋਸਾ ਹੈ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਰਸਨਾ ਤੋਂ ਕਿਹਾ, ਜਿਹੜਾ ਰਾਮਸਰ ਸਾਹਿਬ ਦੇ ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ ਦਰਸ਼ਨ ਕਰੇ, ਇੱਥੇ ਇਸ਼ਨਾਨ ਕਰੇਗਾ ਤੇ ਪ੍ਰਾਪਤੀ ਕੀ ਹੋਵੇਗੀ? ਗਨ ਪਾਪਨ ਖਾਪਤ ਸੋ ਛਿਨ ਮੈਂ। ਇੱਕ ਛਿਨ ਵਿੱਚ ਉਹਦੇ ਸਾਰੇ ਕੀਤੇ ਪਾਪ ਨਾਸ਼ ਹੋਣਗੇ, ਪਰ ਹੋਣਗੇ ਕਿਹਨਾਂ ਦੇ? ਭਾਵਨਾ ਸ਼ਰਧਾ ਵਾਲਿਆਂ ਦੇ। ਤੇ ਜਿਹੜੇ ਸ਼ਰਧਾਵਾਨ ਹੋਣਗੇ ਉਹ ਆਪਣੇ ਗੁਰੂ ਦੇ ਬਚਨਾਂ ਤੇ ਪਹਿਰਾ ਦੇਣਗੇ, ਬਚਨਾਂ ਦੀ ਕਮਾਈ ਕਰਨਗੇ, ਉੱਚਾ ਸੁੱਚਾ ਜੀਵਨ ਬਣਾਉਣਗੇ, ਫਿਰ ਉਹਨਾਂ ਦੇ ਕੀਤੇ ਜਿਹੜੇ ਗੁਨਾਹ ਹਨ ਸਾਰੇ ਬਖਸ਼ੇ ਜਾਣਗੇ। ਗੁਰ ਕੀ ਸ਼ਰਧਾ ਬਰਦੈ ਮਨ ਮੈਂ, ਗੁਰੂ ਪ੍ਰਤੀ ਸ਼ਰਧਾ ਬਹੁਤੀ ਮਨ ਵਿੱਚ ਵਧੇਗੀ। ਉਠ ਸ੍ਰੀ ਗੁਰ ਆਵਤ ਭੇਪੁਰ ਕੋ। ਫਿਰ ਸਤਿਗੁਰੂ ਜੀ ਰਾਮਸਰ ਸਾਹਿਬ ਵਾਲੇ ਸਥਾਨ ਤੋਂ ਉੱਠੇ ਨੇ ਤੇ ਆਪਣੀ ਜਿਹੜੀ ਨਗਰੀ ਹੈ ਇੱਥੇ ਅੰਮ੍ਰਿਤਸਰ, ਤੇ ਮਹਾਰਾਜ ਜੀ ਦਾ ਘਰ ਸੀ ਉਸ ਸਮੇਂ ਗੁਰੂ ਕੇ ਮਹਿਲ, ਇਧਰ ਨੂੰ ਸਤਿਗੁਰੂ ਨਗਰ ਵੱਲ ਆਏ ਹਨ। ਗੁਰਦਾਸ ਸਮੇਤ ਸੁਦੀ ਔਰ ਕੋ। ਹਾਂ, ਭਾਈ ਗੁਰਦਾਸ ਸਾਹਿਬ ਜੀ, ਉਹਨਾਂ ਬਾਰੇ ਕਵੀ ਜੀ ਕਹਿੰਦੇ ਨੇ ਸੁਦੀ ਔਰ ਕੋ। ਸੁਦੀ ਦਾ ਅਰਥ ਹੁੰਦਾ ਪਵਿੱਤਰ, ਔਰ ਨਾਮ ਹਿਰਦੇ ਦਾ ਹੈ। ਉਹ ਭਾਈ ਗੁਰਦਾਸ ਸਾਹਿਬ ਵੀ ਨਾਲ ਚੱਲੇ ਨੇ ਜਿਨ੍ਹਾਂ ਦਾ ਹਿਰਦਾ ਬਹੁਤ ਪਵਿੱਤਰ ਹੈ, ਕਿਉਂਕਿ ਪਵਿੱਤਰ ਹਿਰਦੇ ਵਾਲੇ ਨੂੰ ਤਾਂ ਗੁਰੂ ਦੀ ਨੇੜਤਾ ਮਿਲਦੀ। ਇੰਨਾ ਸਮਾਂ ਗੁਰੂ ਸਾਹਿਬ ਦੇ ਕੋਲ ਰਹਿਣਾ, ਗੁਰੂ ਅਮਰਦਾਸ ਸਾਹਿਬ ਤੋਂ ਵਰਸਾਏ ਹੋਏ, ਗੁਰੂ ਰਾਮਦਾਸ ਸਾਹਿਬ ਦੀ ਸੰਗਤ ਵਿੱਚ ਰਹੇ, ਗੁਰੂ ਅਰਜਨ ਦੇਵ ਸਾਹਿਬ ਤੋਂ ਬਖਸ਼ਿਸ਼ਾਂ ਲਈਆਂ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿ ਕੇ ਸੇਵਾਵਾਂ ਨਿਭਾਈਆਂ। ਉਹ ਭਾਈ ਗੁਰਦਾਸ ਸਾਹਿਬ ਜਿਨ੍ਹਾਂ ਦਾ ਹਿਰਦਾ ਬਹੁਤ ਪਵਿੱਤਰ ਹੈ। ਲੈ ਸੰਗ ਸੋ ਗ੍ਰੰਥ ਹੈ ਆਪਨ ਕੈ। ਹਾਂ, ਇਹਨਾਂ ਨੂੰ ਨਾਲ ਲੈ ਕਰਕੇ ਜਿਹੜੀ ਬੀੜ ਸੀ ਗ੍ਰੰਥ ਸਾਹਿਬ ਉਹ ਵੀ ਲੈ ਕੇ ਇੱਥੇ ਆਏ ਨੇ। ਇਹਦਾ ਜਿਹੜਾ ਕਿਸ ਤਰ੍ਹਾਂ ਵਿਸਥਾਰ ਸਹਿਤ ਜਿਹੜਾ ਪ੍ਰਕਾਸ਼ ਕਰਵਾਇਆ, ਹੁਕਮਨਾਮਾ ਹੋਇਆ, ਉਹ ਅਗਲੇ ਪ੍ਰਸੰਗ ਵਿੱਚ ਵਿਚਾਰ ਆਵੇਗੀ। ਇੱਥੇ ਕਵੀ ਜੀ ਨੇ ਕੇਵਲ ਸੰਖੇਪ ਰੂਪ ਵਿੱਚ ਲਿਖਿਆ ਹੈ ਕਿ ਜਿਹੜੀ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਸੀ ਉਹ ਵੀ ਆਪਣੇ ਨਾਲ ਇੱਥੇ ਲਿਆਏ ਹਨ। ਹਰਮੰਦਰ ਮੈਂ ਬਰ ਥਾਪਨ ਕੋ। ਹਰਮੰਦਰ ਸਾਹਿਬ ਦੇ ਅੰਦਰ ਸਤਿਗੁਰੂ ਜੀ ਨੇ ਉਹ ਬੀੜ ਪ੍ਰਕਾਸ਼ ਕਰਵਾਈ ਹੈ। ਹੋਏ ਪੂਜ ਸਦਾ ਇਸ ਥਾਨ ਬਿਖੈ। ਇਸ ਸਥਾਨ ਦੇ ਮਹਾਤਮ ਬਾਰੇ ਵੀ ਦੱਸਿਆ ਕਿ ਇੱਥੇ ਬੀੜ ਪ੍ਰਕਾਸ਼ ਹੋਈ ਹੈ। ਰਹਿੰਦੇ ਸਮੇਂ ਤੱਕ, ਰਹਿੰਦੀ ਦੁਨੀਆ ਤੱਕ ਇਸ ਸਥਾਨ ਦੀ ਵੀ ਪੂਜਾ ਹੋਵੇਗੀ। ਡਿੱਠੇ ਸਭੇ ਥਾਮ ਨਹੀਂ ਤੁਧ ਜਿਹੇ ਅੰਮ੍ਰਿਤਸਰ, ਸਿਫਤੀ ਦਾ ਘਰ ਪ੍ਰਭ ਹਰਮੰਦਰ ਸੋਹਣਾ ਇਸ ਮੈਂ ਮਾਨਕ ਲਾਲ। ਹਰ ਮੰਦਰ ਹਰ ਸਾਜਿਆ ਸੰਤ ਭਗਤ ਗੁਣ ਗਾਵੈ ਰਾ। ਇਸ ਲਈ ਇਹ ਵੀ ਗੁਰੂ ਸਾਹਿਬ ਜੀ ਨੇ ਅਸਥਾਨ ਦੀ ਮਹਾਤਮ ਮਹਿਮਾ ਦਰਸਾਈ ਹੈ ਕਿ ਇਸ ਅਸਥਾਨ ਦੇ ਉੱਤੇ ਬਾਣੀ ਦਾ ਪ੍ਰਕਾਸ਼ ਸਦਾ ਰਹੇਗਾ। ਬਹੁਰੋ ਸਮੁਦਾਇ ਪਠੈ ਸੋ ਲਿਖੈ। ਫਿਰ ਜਿਹੜੇ ਗੁਰੂ ਕੇ ਸਿੱਖ ਹਨ ਸਾਰੇ ਇਸ ਬਾਣੀ ਨੂੰ ਲਿਖਣਗੇ, ਪੜ੍ਹਨਗੇ, ਸੁਣਨਗੇ। ਇਸ ਭਾਂਤ ਕਰਿਓ ਕਰ ਫੇਰ ਗਏ। ਇਸ ਤਰ੍ਹਾਂ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕਰਵਾਇਆ ਤੇ ਇਹ ਵੀ ਬਚਨ ਕੀਤੇ ਸਨ ਕਿ ਇਹ ਅਸਥਾਨ ਦੇ ਅੰਦਰ ਸਦਾ ਹੀ ਬਾਣੀ ਦਾ ਪ੍ਰਕਾਸ਼ ਰਹੇਗਾ। ਸੰਗਤ ਜੀ, ਹਕੂਮਤਾਂ ਤਾਂ ਕਈ ਹੋ ਗੁਜ਼ਰੀਆਂ ਨੇ, ਉਹਨਾਂ ਹਕੂਮਤਾਂ ਵਾਲਿਆਂ ਨੇ ਇਹੋ ਸੋਚਿਆ ਸੀ ਕਿ ਸਾਡੇ ਹੁਕਮ ਇਹ ਅਟੱਲ ਨੇ, ਪਰ ਅੱਜ ਉਹ ਕਿੱਥੇ ਨੇ? ਉਹਨਾਂ ਦੇ ਹੁਕਮ ਤਾਂ ਹੈ ਨਹੀਂ, ਨਾ ਹੀ ਉਹਨਾਂ ਦੇ ਹੁਕਮ ਅੱਜ ਚੱਲ ਰਹੇ। ਉਹ ਸਰਕਾਰਾਂ ਬਦਲੀਆਂ, ਉਹਨਾਂ ਦੇ ਹੁਕਮ ਵੀ ਉਦੋਂ ਤੱਕ ਹੀ ਸੀਮਤ ਸਨ, ਖਤਮ ਹੋ ਗਏ। ਪਰ ਗੁਰੂ ਦਾ ਹੁਕਮ ਤਾਂ ਸਦੀਵ ਕਾਲ ਰਹਿਣ ਵਾਲਾ ਹੈ। ਗੁਰੂ ਅਰਜਨ ਦੇਵ ਸਾਹਿਬ ਨੇ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ ਕਰਵਾਇਆ ਸੀ। ਇਹ ਬਚਨ ਕੀਤੇ ਕਿ ਅਸਥਾਨ ਸਦਾ ਹੀ ਰਹੇਗਾ, ਇਹਦੇ ਅੰਦਰ ਬਾਣੀ ਦਾ ਪ੍ਰਕਾਸ਼ ਸਦਾ ਹੀ ਹੁੰਦਾ ਰਹੇਗਾ। ਹਕੂਮਤਾਂ ਨੇ ਜ਼ੋਰ ਲਾਇਆ, ਹਰਿਮੰਦਰ ਸਾਹਿਬ ਨੂੰ ਢਹਿ ਢੇਰੀ ਕਰਕੇ, ਬੀੜਾਂ ਦੀ ਬੇਅਦਬੀ ਕਰਕੇ ਸੋਚਿਆ ਕਿ ਇਹ ਆਪਾਂ ਗੁਰੂ ਸਾਹਿਬ ਦੇ ਬਚਨਾਂ ਨੂੰ ਖਤਮ ਕਰਾਂਗੇ। ਪਰ ਇਸ ਤਰ੍ਹਾਂ ਨਹੀਂ ਹੈ, ਕਿਉਂਕਿ ਜਿਹੜਾ ਸੱਚ ਹੈ ਉਹ ਸਦਾ ਵਾਸਤੇ ਕਾਇਮ ਰਹਿਣ ਵਾਲਾ ਹੁੰਦਾ ਹੈ, ਝੂਠ ਤਾਂ ਬਦਲਦਾ ਹੀ ਰਹਿੰਦਾ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਸਤਿਗੁਰਾਂ ਨੇ ਅੰਦਰ ਕਰਵਾ ਕੇ ਬਚਨ ਕੀਤੇ ਸਨ ਕਿ ਇਸ ਅਸਥਾਨ ਤੇ ਸਦਾ ਬਾਣੀ ਦਾ ਪ੍ਰਕਾਸ਼ ਹੋਵੇਗਾ। ਪਦ ਬੰਦਤ ਗੰਗ ਆਨੰਦ ਕੀਏ। ਫਿਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਗ੍ਰਹਿ ਗੁਰੂ ਕੇ ਮਹਿਲਾਂ 'ਚ ਗਏ ਨੇ ਤੇ ਘਰ ਜਾਣ ਦੇ ਉੱਤੇ ਸਤਿਗੁਰਾਂ ਦੇ ਅਤੀ
ਸਨਮਾਨਯੋਗ, ਸਾਡੇ ਅਤੀ ਸਨਮਾਨਯੋਗ ਮਾਤਾ ਗੰਗਾ ਜੀ, ਉਹਨਾਂ ਨੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਨਿਸਬਾਸ ਕਰੈ ਕਰ ਫੇਰ ਸਦਾ। ਫਿਰ ਸਤਿਗੁਰੂ ਜੀ ਨੇ ਨਿਸ ਨਾਮ ਰਾਤ ਦਾ ਸਮਾਂ ਆਪਣੇ ਘਰ ਵਿੱਚ ਬਤੀਤ ਕੀਤਾ ਹੈ। ਹਰ ਮੰਦਰ ਆਵਹਿ ਪ੍ਰਾਤ ਸਜਦਾ। ਤੇ ਜਦੋਂ ਸਵੇਰ ਹੁੰਦੀ ਸੀ, ਸਤਿਗੁਰੂ ਹਰ ਰੋਜ਼ ਹਰਮੰਦਰ ਦੇ ਅੰਦਰ ਆ ਕੇ ਰੋਜ਼ ਆਪ ਸਤਿਗੁਰੂ ਪਿਤਾ ਗੁਰਦੇਵ ਗੁਰੂ ਰਾਮਦਾਸ ਜੀ ਦੇ ਅਸਥਾਨ ਦੇ ਦਰਸ਼ਨ ਜ਼ਰੂਰ ਕਰਦੇ। ਜਿੰਨਾ ਸਮਾਂ ਗੁਰੂ ਹਰਗੋਬਿੰਦ ਸਾਹਿਬ ਰਹੇ, ਸਤਿਗੁਰੂ ਹਰ ਰੋਜ਼ ਆ ਕੇ ਹਰਮੰਦਰ ਸਾਹਿਬ ਦੇ ਦਰਸ਼ਨ ਕਰਦੇ, ਕਿਉਂਕਿ ਗੁਰੂ ਸਾਹਿਬ ਦੇ ਬਚਨ ਸਨ ਕਿ ਅਸਥਾਨ ਨੂੰ ਸਾਡੇ ਦਰਸ਼ਨਾਂ ਦੇ ਬਰਾਬਰ ਜਾਣਨਾ। ਤੇ ਪ੍ਰੇਮ ਵਾਲੀਆਂ ਸੰਗਤਾਂ ਅੱਜ ਵੀ ਉਹ ਨੇਮ ਨਿਭਾਉਂਦੀਆਂ ਹਨ। ਸੋ ਇੱਥੋਂ ਦੇ ਰਹਿਣ ਵਾਲੇ ਜਿਹੜੇ ਵਸਨੀਕ ਹੋਰ ਵੀ ਵਡਭਾਗੇ ਨੇ, ਜਿਹੜੇ ਹਰ ਰੋਜ਼ ਆਪਣੇ ਨੇਮ ਅਨੁਸਾਰ ਆ ਕੇ ਪਹਿਲਾਂ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਦਰਸ਼ਨ ਕਰਨੇ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਫਿਰ ਆਪਣੇ ਕੰਮਾਂ ਕਾਰਾਂ ਨੂੰ ਅੱਗੇ ਆਰੰਭ ਕਰਨਾ, ਉਹ ਵੀ ਵਡਭਾਗੇ ਹਨ। ਉਹ ਸੰਗਤਾਂ ਵੀ ਭਾਗਾਂ ਵਾਲੀਆਂ ਜਿਹੜੀਆਂ ਦੂਰ ਦਰਾੜਿਓਂ ਚੱਲ ਕੇ ਆ ਕੇ ਹਰਿਮੰਦਰ ਸਾਹਿਬ ਦਰਸ਼ਨ ਕਰਦੀਆਂ ਨੇ ਤੇ ਗੁਰੂ ਸਾਹਿਬ ਦੇ ਬਚਨਾਂ ਦੀ ਕਮਾਈ ਕਰਦੀਆਂ ਹਨ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ। ਰਹਿੰਦਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਜਿਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਇਸ ਬੀੜ ਦਾ ਪ੍ਰਕਾਸ਼ ਕਰਵਾਇਆ, ਬਾਬਾ ਬੁੱਢਾ ਸਾਹਿਬ ਜੀ ਪਾਸੋਂ ਪਹਿਲਾ ਮੁੱਖ ਵਾਕ ਆਇਆ। ਇਹ ਵਿਚਾਰਾਂ ਆਪਾਂ ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਅੱਗੇ ਵਾਸਤੇ ਅਸੀਸ ਦੇਣੀ। ਅਰਦਾਸ ਕਰੀਏ ਗੁਰੂ ਚਰਨਾਂ ਵਿੱਚ ਜੋ ਉਪਦੇਸ਼ ਸਤਿਗੁਰੂ ਸਾਨੂੰ ਬਖਸ਼ਿਸ਼ ਕਰਦੇ ਨੇ, ਉਹ ਸਤਿਗੁਰਾਂ ਦਾ ਦਿੱਤਾ ਉਪਦੇਸ਼ ਸਾਡੇ ਹਿਰਦੇ 'ਚ ਵਸ ਜਾਵੇ। ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਣ। ਆਓ ਦੋ ਪੰਕਤੀਆਂ ਸਰਵਣ ਕਰੀਏ, ਇੱਥੇ ਫਤਿਹ ਬੁਲਾਈਏ ਜੀ। ਨਿਸਬਾਸ ਕਰੈ ਕਰ ਫੇਰ ਸਦਾ, ਹਰ ਮੰਦਰ ਆਵਹਿ ਪ੍ਰਾਤ ਜਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।